ਇਹ ਇੱਕ ਰਵਾਇਤ ਹੀ ਰਹੀ ਹੈ ਕਿ ਇੱਥੇ ਜਿਹੜਾ ਹੈਗਾ ਹਮੇਸ਼ਾ ਯੂਨੀਵਰਸਿਟੀ ਦੇ ਵਿੱਚ ਵੀਸੀ ਜਿਹੜਾ ਹੈਗਾ ਉਹ ਪੰਜਾਬੀ ਬੈਕਗਰਾਊਂਡ ਦਾ ਹੋਊਗਾ। ਲੇਕਿਨ ਭਾਜਪਾ ਇੱਕ ਇਹੋ ਜਿਹਾ ਵੀਸੀ ਭੇਜਦੀ ਹੈ ਜਿਹੜਾ ਕਿ ਉੱਤਰ ਪ੍ਰਦੇਸ਼ ਤੋਂ ਹੈ ਔਰ ਆਰਐਸਐਸ ਬੈਕਗਰਾਊਂਡ ਦਾ। ਤੇ ਇਹ ਵੀਸੀ ਸਾਹਿਬ ਵੀ ਆ ਕੇ ਆਪਣੀ ਮਤਲਬ ਕਿ ਆਰਐਸਐਸ ਨਾਲ ਕਮਿਟਮੈਂਟ ਲੁਕਾਉਂਦੇ ਨਹੀਂ ਆ। ਉਹ ਪਹਿਲੇ ਦਿਨ ਹੀ ਜਦੋਂ ਜੁਆਇਨ ਕਰਦੇ ਆ ਉਦੋਂ ਹੀ ਉਹ ਆਰਐਸਐਸ ਦੇ ਦਫ਼ਤਰ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਆਉਂਦੇ ਹੈਗੇ। ਉਹ ਲੁਕਾਉਂਦੇ ਨਹੀਂ ਕਿ ਮੇਰੀ ਹੈਗੀ। ਔਰ ਉਦੋਂ ਬਾਅਦ ਫਿਰ ਇੱਥੇ ਹੁਣ ਯੂਨੀਵਰਸਿਟੀ ਦੇ ਉੱਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਤੇਜ਼ ਹੋ ਜਾਂਦੀਆਂ 2018 ਦੇ ਵਿੱਚ। ਔਰ ਇੱਕ ਸੋਮ ਪ੍ਰਕਾਸ਼ ਨੇ ਜਿਹੜੇ ਕਿ ਭਾਜਪਾ ਦੇ ਮੰਤਰੀ ਨੇ, ਉਹਨਾਂ ਨੇ ਬੜੇ ਵੱਡੇ ਤਰੀਕੇ ਨਾਲ ਹੀ ਕਹਿਤਾ ਕਿ ਅਸੀਂ ਸੈਨੇਟ ਉਡਾ ਦਿਆਂਗੇ, ਤੁਸੀਂ ਸਾਡੀ ਗੱਲ ਨਹੀਂ ਸੁਣਦੇ। ਜੇ ਅਸੀਂ ਧਾਰਾ 370 ਕਸ਼ਮੀਰ ਸਾਫ਼ ਕਰ ਸਕਦੇ ਹਾਂ, ਸੈਨੇਟ ਉਡਾਣੀ ਕੀ ਚੀਜ਼ ਹੈ। ਦੇਖੋ ਤੁਸੀਂ ਜ਼ਬਰਦਸਤੀ ਸਾਡੇ ਕੋਲ ਯੂਨੀਵਰਸਿਟੀ ਖੋਈ ਜਾ ਰਹੀ, ਸਾਡੀ ਯੂਨੀਵਰਸਿਟੀ ਹੈ। ਸਾਨੂੰ ਤੁਸੀਂ ਅਚਾਨਕ ਇਹ ਇੱਦਾਂ ਹੀ ਹੋਇਆ ਕਿ 10 ਬੰਦੇ ਮੇਰੇ ਘਰੇ ਵੜ ਕੇ ਆ ਜਾਣ, ਲਓ ਜੀ ਤੁਹਾਡੇ ਘਰ ਦਾ ਸਿਸਟਮ ਸਹੀ ਕਰਨਾ, ਔਰ ਮੈਨੂੰ ਪੁੱਛੇ ਬਿਨਾਂ ਮੇਰਾ ਘਰ ਤੋੜਨਾ ਸ਼ੁਰੂ ਕਰ ਦੇਣ। ਨਹੀਂ, ਭਾਜਪਾ ਦੀ ਇੱਕ ਖਾਸ ਗੱਲ ਕੀ ਹੈ, ਉਹ ਕਹਿੰਦੀ ਤੁਹਾਡਾ ਭਲਾ ਕਰਨਾ, ਔਰ ਤੁਹਾਡਾ ਭਲਾ ਕਰਨ ਦੇ ਚੱਕਰ 'ਚ ਤੁਹਾਡੇ ਭਾਂਡੇ ਵੇਚ ਕੇ ਚਲੀ ਜਾਂਦੀ ਹੈ। ਮੈਂ ਅਖਬਾਰ ਦੇ ਵਿੱਚ ਬਿਆਨ ਦਿੱਤੇ ਵੀ ਮੇਰਾ ਇਹ 3 ਸਾਲ ਤੋਂ ਗਲਤ ਤਰੀਕੇ ਨਾਲ ਮੇਰੀ ਪ੍ਰਮੋਸ਼ਨ ਰੋਕ ਕੇ ਬੈਠਿਆ, ਤੇ ਮੈਨੂੰ ਕਿਸੇ ਪੱਤਰਕਾਰ ਨੇ ਇਹ ਰਿਪੋਰਟ ਭੇਜੀ। ਉਹ ਕਹਿੰਦੇ ਤੁਸੀਂ ਪ੍ਰਮੋਸ਼ਨ ਭਾਲਦੇ ਹੋ, ਤੁਹਾਡੀ ਤਾਂ ਯੂਨੀਵਰਸਿਟੀ ਚੱਲੀ ਹੈ। ਜਦੋਂ ਮੈਂ ਰਿਪੋਰਟ ਪੜ੍ਹੀ ਮਨਿੰਦਰ ਜੀ, ਆਈ ਵਾਸ ਸ਼ੌਕਡ। ਮਤਲਬ ਕਿ ਉਹ ਰਿਪੋਰਟ ਇੰਨੀ ਕੁ ਖਤਰਨਾਕ ਸੀ, ਮਤਲਬ ਕਿ ਇਹ ਪੰਜਾਬ ਦੀ ਯੂਨੀਵਰਸਿਟੀ ਸੀ ਔਰ ਇਹਦੇ ਵਿੱਚ ਪੰਜਾਬ ਦਾ ਕੱਖ ਨਹੀਂ ਛੱਡਿਆ ਉਹਨਾਂ ਨੇ। ਸਾਰੀ ਪਾਵਰ ਜਿਹੜੀ ਸੀ ਉਹ ਸੈਂਟਰ ਲੈ ਗਿਆ। ਇਸ ਯੂਨੀਵਰਸਿਟੀ ਦਾ ਲਾਅ ਇੱਦਾਂ ਦਾ ਅੰਗਰੇਜ਼ਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਕਿ ਇਸ ਨੂੰ ਅਗਰ ਚੇਂਜ ਵੀ ਕਰਨਾ ਹੋਵੇ ਤਾਂ ਤੁਹਾਨੂੰ ਕੇਂਦਰ ਸਰਕਾਰ ਨੂੰ ਬਿੱਲ ਲੈ ਕੇ ਆਉਣਾ ਪਏਗਾ, ਔਰ ਪੰਜਾਬ ਸਰਕਾਰ ਦੀ NOC ਚਾਹੀਦੀ ਹੈ, ਕਿਉਂਕਿ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਹੈ। ਤੁਸੀਂ ਇਹ ਵੀ ਦੇਖ ਲਓ ਕਿ ਜਿਹੜੀ ਯੂਨੀਵਰਸਿਟੀ ਹੈ ਇਹ ਸਟੂਡੈਂਟ ਪੋਲਿਟਿਕਸ ਦਾ ਵੀ ਗੜ ਹੁੰਦੀ ਹੈ। ਤਾਂ ਫਿਰ ਕੋਸ਼ਿਸ਼ਾਂ ਭਾਜਪਾ ਸ਼ੁਰੂ ਇਹ ਕਰ ਦਿੰਦੀ ਹੈ ਕਿ ਕਿਸੇ ਤਰੀਕੇ ਇਸ ਯੂਨੀਵਰਸਿਟੀ ਉੱਪਰ ਕਬਜ਼ਾ ਲਿੱਤਾ ਜਾਵੇ। ਲੇਕਿਨ ਉਹਨਾਂ ਦੀ ਬਦਕਿਸਮਤੀ ਨੂੰ ਜਦੋਂ ਭਾਜਪਾ ਦੀ ਗਵਰਨਮੈਂਟ ਆਉਂਦੀ ਹੈ, ਸਾਡੇ ਕੋਲ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹ ਅਰੁਣ ਗਰੋਵਰ ਹੈ। ਤਾਂ ਅਰੁਣ ਗਰੋਵਰ ਉਹ ਬੇਸਿਕਲੀ ਬਾਈ ਨੇਚਰ ਇੱਦਾਂ ਕੋ ਬਾਈ ਡਿਫਾਲਟ ਹੀ ਇਜ਼ ਏ ਪੰਜਾਬੀ, ਉਹ ਬੜਾ ਪੰਜਾਬੀ ਸੁਭਾਅ ਦਾ ਬੰਦਾ ਹੈ। ਤਾਂ ਉਸ ਵੇਲੇ ਪਤਾ ਨਹੀਂ ਕਿਵੇਂ ਪ੍ਰਤਾਪ ਸਿੰਘ ਕੈਰੋ ਦੇ ਟਾਈਮ 'ਤੇ ਹੋ ਗਿਆ ਕਿ ਇੱਥੇ ਪੰਜਾਬੀ ਮੂਲ ਦਾ ਤਾਂ ਲੱਗੂਗਾ, ਲੇਕਿਨ ਸਿੱਖ ਵਾਈਸ ਚਾਂਸਲਰ ਨਹੀਂ ਲੱਗੂਗਾ। ਤੁਸੀਂ ਦੇਖ ਲਓ ਕਿ ਹੁਣ ਜਦੋਂ ਇਹ VC ਸਾਹਿਬ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਚੋਟੀ ਦੀਆਂ 13 ਪੋਸਟਾਂ, ਇੱਕ ਤਾਂ ਵੀ ਸਿੱਖ ਨਹੀਂ ਹੈ। ਇਹਦੇ ਕੰਢੇ ਤਾਂ ਮੈਨੂੰ ਲੱਗਦਾ ਕਿ ਇਹ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋ ਹੀ ਬੀਜ ਗਏ ਸੀਗੇ। ਪ੍ਰਤਾਪ ਸਿੰਘ ਕੈਰੋ ਦੇ ਟਾਈਮ ਦੇ ਉੱਪਰ, ਕਿਉਂਕਿ ਪ੍ਰਤਾਪ ਸਿੰਘ ਕੈਰੋ ਜਿਹੜੇ ਸੀ ਉਹ ਪੋਲਿਟਿਕਸ ਦੇ ਵਿੱਚ ਕਬਜ਼ਾ ਚਾਹੁੰਦੇ ਸੀ। ਰੌਲਾ ਪਾਉਣ ਵਾਲਿਆਂ ਵਿੱਚ ਉਦੋਂ ਵੀ ਅਸੀਂ ਸੀਗੇ ਕਿ ਵੀ ਇਹ ਯੂਨੀਵਰਸਿਟੀ ਨੂੰ ਧੱਕੇ ਨਾਲ ਕਬਜ਼ਾ, ਇੰਨੇ 'ਚ ਕਿਸਾਨ ਅੰਦੋਲਨ ਤੇਜ਼ ਹੋ ਗਿਆ ਅਤੇ ਉਹ ਭਾਜਪਾ ਨੂੰ ਇੱਕ ਵਾਰੀ ਆਪਣਾ ਮਤਲਬ ਰੋਲ ਬੈਕ ਕਰਨਾ ਪੈ ਗਿਆ। ਅਚਾਨਕ ਹੀ ਕਮੇਟੀ ਬਣਾ ਦਿੰਦੇ ਨੇ ਚਾਂਸਲਰ ਸਾਹਿਬ ਸਾਡੇ, ਜਿਹੜੇ ਉਪ ਰਾਸ਼ਟਰਪਤੀ ਜੀ ਨੇ। ਉਹ ਆਉਂਦੀ ਹੈ ਯੂਨੀਵਰਸਿਟੀ ਵਿੱਚ, ਇੱਕ 11 ਮੈਂਬਰੀ ਕਮੇਟੀ ਬਣ ਜਾਂਦੀ ਹੈ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ 11 ਮੈਂਬਰੀ ਕਮੇਟੀ ਬਣ ਗਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਮੁੱਦਾ ਉੱਠਿਆ ਸੀ। ਉਹ ਮੁੱਦਾ ਸੀ ਪੰਜਾਬ ਯੂਨੀਵਰਸਿਟੀ, ਜੋ ਕਿ ਚੰਡੀਗੜ੍ਹ ਵਿਖੇ ਸਥਿਤ ਹੈ, ਉਹਨੂੰ ਪੰਜਾਬ ਤੋਂ ਖੋਹਣ ਦਾ। ਇਸ ਸੰਬੰਧੀ ਜੋ ਪੋਸਟ ਪਾਈ ਸੀ, ਜੋ ਇਹ ਮੁੱਦਾ ਲੋਕਾਂ ਵਿੱਚ ਲੈ ਕੇ ਆਂਦਾ ਸੀ, ਉਹ ਪਾਲੀ ਭੁਪਿੰਦਰ ਜੀ ਜੋ ਕਿ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਮੁੱਦਾ ਲੋਕਾਂ ਵਿੱਚ ਲੈ ਕੇ ਆਂਦਾ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਪੰਜਾਬ ਤੋਂ ਖੋ ਕੇ ਉਹਦਾ ਕੇਂਦਰੀਕਰਨ ਕਰਨ ਜਾ ਰਹੀ ਹੈ, ਆਪਦੇ ਹੱਥਾਂ ਵਿੱਚ ਤਾਕਤ ਲੈ ਕੇ ਜਿਹੜੀ ਹੈ ਲੈ ਕੇ ਜਾ ਰਹੀ ਹੈ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖੁਦ ਪਾਲੀ ਭੁਪਿੰਦਰ ਜੀ ਨੇ। ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ। ਸਰ, ਪਹਿਲਾ ਸਵਾਲ ਜੀ, ਕਿਵੇਂ ਜਿਹੜੀ ਪੰਜਾਬ ਪਹਿਲਾਂ ਸਾਨੂੰ ਇਹ ਸਮਝਾਓ ਜੀ, ਪੰਜਾਬ ਯੂਨੀਵਰਸਿਟੀ ਹੁਣ ਚੰਡੀਗੜ੍ਹ ਵਿੱਚ ਸਥਿਤ ਹੈ, ਇਹਦੇ ਉੱਪਰ ਜਿਹੜਾ ਅਧਿਕਾਰ ਹੈ ਉਹ ਪੰਜਾਬ ਦਾ ਹੈ, ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਆ ਉਹਦਾ ਹੈ, ਜਾਂ ਹਰਿਆਣੇ ਦਾ? ਕਿਉਂਕਿ ਜਿਹੜਾ ਚੰਡੀਗੜ੍ਹ ਆ ਹੁਣ ਇਹ ਜੇ ਅਸੀਂ ਕਹੀਏ 3 ਸਟੇਟਾਂ ਇਹ 'ਤੇ ਲਗਭਗ ਖੁਦ ਚੰਡੀਗੜ੍ਹ, ਪੰਜਾਬ, ਹਰਿਆਣਾ 3 ਸਟੇਟਾਂ ਇਹ 'ਤੇ ਮੇਨ ਹੈ, ਅਤੇ ਉਹ ਕਿਹਦਾ ਮੇਨ ਅਧਿਕਾਰ ਹੈ ਯੂਨੀਵਰਸਿਟੀ ਉੱਤੇ? ਅਸਲ ਵਿੱਚ ਪੰਜਾਬ ਯੂਨੀਵਰਸਿਟੀ ਦੇ ਉੱਪਰ ਅਧਿਕਾਰ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਕਹਾਂਗੇ ਕਿ ਇਹ ਸਾਡੇ ਪੰਜਾਬ ਦੀ ਯੂਨੀਵਰਸਿਟੀ ਹੈ। ਇਹਨੂੰ ਸਟੇਟ ਯੂਨੀਵਰਸਿਟੀ ਕਹਿੰਦੇ ਹਾਂ ਅਸੀਂ। ਲੇਕਿਨ ਇਹਨੂੰ ਚਲਾਉਣ ਦੇ ਲਈ ਜਿਹੜੀ ਗਵਰਨਿੰਗ ਬਾਡੀ ਹੈ ਉਹ ਸਟੇਟ ਦੀ ਜਾਂ ਸੈਂਟਰ ਦੀ ਨਹੀਂ ਹੈ। ਇਹਦਾ ਆਪਣਾ ਇੱਕ ਵੱਖਰਾ ਸਿਸਟਮ ਹੈ ਜਿਸ ਨੂੰ ਅਸੀਂ ਸੈਨੇਟ ਸਿਸਟਮ ਕਹਿੰਦੇ ਹਾਂ। ਪੰਜਾਬ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਇੱਕ 93 ਬੰਦਿਆਂ ਦੀ ਇੱਕ ਸੈਨੇਟ ਹੈ, ਜਿਹਦੇ ਵਿੱਚ 36 ਮੈਂਬਰ ਜਿਹੜੇ ਨੇ ਉਹ ਪੰਜਾਬ ਸਰਕਾਰ ਦੀ ਸਲਾਹ ਉੱਪਰ ਸਾਡੇ ਜਿਹੜੇ ਚਾਂਸਲਰ ਸਾਹਿਬ ਮਾਨਯੋਗ ਸਾਡੇ ਉਪ ਰਾਸ਼ਟਰਪਤੀ ਜੀ ਉਹ ਨਿਯੁਕਤ ਕਰਦੇ ਨੇ, ਨੋਮੀਨੇਟ ਕਰਦੇ ਨੇ, ਅਤੇ ਬਾਕੀ ਸਾਰੇ ਮੈਂਬਰ ਜਿਹੜੇ ਨੇ ਉਹ ਪੰਜਾਬ, ਹਰਿਆਣਾ, ਆਪਣਾ ਪੰਜਾਬ, ਚੰਡੀਗੜ੍ਹ ਅਤੇ ਯੂਨੀਵਰਸਿਟੀ ਦੇ ਵਿੱਚੋਂ ਚੁਣੇ ਜਾਂਦੇ ਨੇ। ਅਤੇ ਉਹ ਅਗਾਂਹ ਡੇ ਟੂ ਡੇ ਵਰਕਿੰਗ ਦੇ ਲਈ ਇੱਕ 18 ਮੈਂਬਰਾਂ ਦੀ ਸਿੰਡੀਕੇਟ ਬਣਾ ਲੈਂਦੇ ਨੇ।
ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਉਹ ਸੈਨੇਟ ਹੈ ਹਾਂਜੀ। ਉਹ ਇਸ ਯੂਨੀਵਰਸਿਟੀ ਦੀ ਅਸਲੀ ਗਵਰਨਿੰਗ ਬਾਡੀ ਹੈ। ਇਸ ਯੂਨੀਵਰਸਿਟੀ ਦਾ ਲਾਅ ਇਦਾਂ ਦਾ ਹੈ, ਅੰਗਰੇਜ਼ਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਕਿ ਇਸ ਨੂੰ ਅਗਰ ਚੇਂਜ ਵੀ ਕਰਨਾ ਹੋਵੇ ਤਾਂ ਤੁਹਾਨੂੰ ਕੇਂਦਰ ਸਰਕਾਰ ਨੂੰ ਬਿੱਲ ਲੈ ਕੇ ਆਉਣਾ ਪਏਗਾ ਔਰ ਪੰਜਾਬ ਸਰਕਾਰ ਦੀ ਐਨਓਸੀ ਚਾਹੀਦੀ ਹੈ ਕਿਉਂਕਿ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਹੈ ਇਹ। ਠੀਕ ਹੈ ਜੀ। ਤੇ ਇਸ ਵੇਲੇ ਹੁਣ ਅਗਰ ਕਿਹਾ ਜਾਵੇ ਤਾਂ ਇਹ ਪੰਜਾਬ ਸਟੇਟ ਦੀ ਯੂਨੀਵਰਸਿਟੀ ਹੈ ਔਰ ਸਾਡੀ ਪੰਜਾਬ ਦੀ ਯੂਨੀਵਰਸਿਟੀ ਹੈ। ਪੰਜਾਬ ਦੀ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀਆਂ ਜਿਹੜੀ ਤੁਸੀਂ ਪੋਸਟ ਪਾਈ ਸੀ ਕਿ ਪੰਜਾਬ ਤੋਂ ਇਹ ਕਿਤੇ ਨਾ ਕਿਤੇ ਹੁਣ ਖੋਹਣ ਦੇ ਜਿਹੜੇ ਕਦਮ ਉਠਾ ਰਹੀ ਹੈ, ਕਿਉਂ ਖੋਇਆ ਜਾ ਰਿਹਾ? ਕਿ ਇਸੇ ਤਰੀਕੇ ਨਾਲ ਜਿਵੇਂ ਪੰਜਾਬ ਦੀਆਂ ਵੱਖ-ਵੱਖ ਸਮੇਂ ਦੇ ਉੱਤੇ ਪੰਜਾਬ ਦੇ ਉੱਤੇ ਹਮਲੇ ਹੁੰਦੇ ਆ ਕੇਂਦਰ ਸਰਕਾਰ ਵੱਲੋਂ, ਚਾਹੇ ਕਿਸੇ ਦੀ ਵੀ ਹੋਵੇ ਸੱਤਾ ਦੇ ਵਿੱਚ, ਪੰਜਾਬ ਦੇ ਅਧਿਕਾਰਾਂ ਦੀ ਗੱਲ ਹੋਵੇ, ਪੰਜਾਬ ਦੇ ਹੋਰ ਮੁੱਦਿਆਂ ਦੀ, ਤਾਂ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਤੇ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਦੇਖੋ, ਦੋ ਤਰੀਕੇ ਦੀਆਂ ਕੋਸ਼ਿਸ਼ਾਂ ਹੈਗੀਆਂ। ਆਪਾਂ ਮਤਲਬ ਕਿ ਜਿਹੜੀਆਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀਆਂ ਜਿਹੜੀਆਂ ਸਾਰੀਆਂ ਕੋਸ਼ਿਸ਼ਾਂ ਹੈਗੀਆਂ, ਆਪਾਂ ਉਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ। ਪਹਿਲਾਂ ਤਾਂ ਜਿਹੜੀ ਕੋਸ਼ਿਸ਼ ਸੀਗੀ ਉਹ ਯੂਨੀਵਰਸਿਟੀ ਦੇ ਅੰਦਰ ਬੈਠਾ ਇੱਕ ਤਬਕਾ ਕਰਦਾ ਸੀ, ਇੱਕ ਲੌਬੀ ਸੀ ਜਿਹੜੀ ਇੱਦਾਂ ਕਹੀਏ ਕਿ ਨੌਨ ਪੰਜਾਬੀ ਲੌਬੀ ਜਿਹੜੀ ਕਿ ਹਰਿਆਣਾ ਤੇ ਹਿਮਾਚਲ ਦੀ ਹੈਵੀ ਹੋ ਗਈ ਸੀਗੀ। ਉਹਦੀਆਂ ਕੋਸ਼ਿਸ਼ਾਂ ਸੀ ਕਿਉਂਕਿ ਇਹ ਪੰਜਾਬ ਦੀ ਯੂਨੀਵਰਸਿਟੀ ਹੈ। ਅਸੀਂ ਜਾਣਦੇ ਹਾਂ ਪੰਜਾਬ ਕਾਫੀ ਦੇਰ ਤੋਂ ਫੰਡ ਕ੍ਰਾਈਸਿਸ ਦੇ ਵਿੱਚ, ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹੈ, ਤਾਂ ਬਹੁਤ ਜ਼ਿਆਦਾ ਗ੍ਰਾਂਟ ਨਹੀਂ ਮਿਲਦੀ। ਗ੍ਰਾਂਟ ਜਿਹੜੀ ਹੈ ਸਾਨੂੰ ਸੈਂਟਰ ਤੋਂ ਲੈਣੀ ਪੈਂਦੀ ਹੈ। ਤਾਂ ਫਿਰ ਕਿਤੇ ਨਾ ਕਿਤੇ ਅੰਦਰ ਇਹੀ ਕਨਸੈਪਸ਼ਨ ਬਣਨੀ ਸ਼ੁਰੂ ਹੋ ਗਈ ਸੀ ਕਿ ਜੇ ਮੰਨ ਲਓ ਗ੍ਰਾਂਟ ਸਰਕਾਰ ਨੇ ਦੇਣੀ ਹੈ ਤਾਂ ਇਹਨੂੰ ਚੰਗਾ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰ ਦਿੱਤਾ ਜਾਵੇ ਤੇ ਫਿਰ ਸਾਨੂੰ ਹੋਰ ਜ਼ਿਆਦਾ ਵਧੀਆ ਗ੍ਰਾਂਟ ਮਿਲੇਗੀ ਔਰ ਫਿਰ ਸਾਨੂੰ ਮਤਲਬ ਕਿ ਸਕੇਲ ਚੰਗੇ ਮਿਲ ਜਾਣਗੇ। ਜਿਹੜੇ ਪੇ ਕਮਿਸ਼ਨ ਆਉਂਦੇ ਆ ਉਹ ਟਾਈਮ ਟੂ ਟਾਈਮ ਲੱਗਦੇ ਰਹਿਣਗੇ ਕਿਉਂਕਿ ਜਿਹੜੇ ਇੰਪਲਾਈਜ਼ ਹੁੰਦੇ ਆ ਨਾ, ਤੁਸੀਂ ਇੱਕ ਚੀਜ਼ ਸਮਝ ਲਓ ਕਿ ਇੰਪਲਾਈਜ਼ ਉਹਨਾਂ ਨੂੰ ਤਾਂ ਆਪਦੀ ਤਨਖਾਹ ਨਾਲ ਮਤਲਬ ਹੁੰਦਾ, ਤਾਂ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੁੰਦਾ ਕਿ ਯੂਨੀਵਰਸਿਟੀ ਕਿਹਦੇ ਕੋਲ ਹੈ, ਕਿਹਦੇ ਕੋਲ ਰਵੇ। ਤਾਂ ਸਾਡੀ ਯੂਨੀਵਰਸਿਟੀ ਦੇ ਅੰਦਰ ਇੱਕ ਬਹੁਤ ਮਤਲਬ ਕਿ ਟੀਚਿੰਗ ਜਿਹੜੀ ਲੌਬੀ ਸੀ ਉਹ ਕੋਸ਼ਿਸ਼ ਕਰਦੀ ਰਹੀ ਕਿ ਇਸ ਨੂੰ ਕਿਸੇ ਤਰੀਕੇ ਸੈਂਟਰਲਾਈਜ਼ ਯੂਨੀਵਰਸਿਟੀ ਕੀਤਾ ਜਾਵੇ। ਠੀਕ ਹੈ ਜੀ। ਲੇਕਿਨ ਦੂਜੇ ਤਰੀਕੇ ਦੀ ਕੋਸ਼ਿਸ਼ ਹੈ ਉਹ ਮਨਿੰਦਰ ਜੀ ਇਹ ਹੈ ਕਿ ਸੈਨੇਟ ਜਿਹੜੀ ਹੈਗੀ ਉਹ ਚੁਣ ਕੇ ਆਉਂਦੀ ਹੈ, ਡੈਮੋਕ੍ਰੈਟਿਕ ਸਿਸਟਮ ਹੈ, ਅਤੇ ਹੁਣ ਉਹ ਸੁਣਦੀ ਪੰਜਾਬ ਸਰਕਾਰ ਦੀ ਵੀ ਨਹੀਂ ਅਤੇ ਸੁਣਦੀ ਸੈਂਟਰ ਗੌਰਮੈਂਟ ਦੀ ਵੀ ਨਹੀਂ। ਪੰਜਾਬ ਸਰਕਾਰਾਂ ਇਹਦੇ ਵਿੱਚ ਬਹੁਤੀ ਦਖਲ ਦਿੰਦੀਆਂ ਵੀ ਨਹੀਂ ਕੰਮ ਦੇ ਵਿੱਚ। ਅਤੀਤ ਦੇ ਵਿੱਚ ਭਾਵੇਂ ਅਸੀਂ ਕਹੀਏ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ, ਉਹਨਾਂ ਨੇ ਯੂਨੀਵਰਸਿਟੀ ਦੀ ਡੇ ਟੂ ਡੇ ਵਰਕਿੰਗ ਦੇ ਵਿੱਚ ਕੋਈ ਬਹੁਤ ਦਖਲ ਅੰਦਾਜ਼ੀ ਨਹੀਂ ਕੀਤੀ। ਲੇਕਿਨ ਕਿਤੇ ਨਾ ਕਿਤੇ ਦਖਲ ਅੰਦਾਜ਼ੀ ਚੁੱਭਦੀ ਹੈ ਜਦੋਂ ਦੀ ਸਾਡੇ ਕੋਲੇ ਭਾਜਪਾ ਸਰਕਾਰ ਆ ਜਾਂਦੀ ਹੈ। ਅਤੇ ਭਾਜਪਾ ਸਰਕਾਰ ਨੂੰ ਮਤਲਬ ਕਿ ਇਹ ਚਾਹੀਦੀ ਹੈ ਦਖਲ ਅੰਦਾਜ਼ੀ, ਕਿਉਂਕਿ ਉਹ ਚਾਹੁੰਦੇ ਹੈਗੇ ਇੱਥੇ ਤੁਸੀਂ ਇਹ ਵੀ ਦੇਖ ਲਓ ਕਿ ਜਿਹੜੀ ਯੂਨੀਵਰਸਿਟੀ ਹੈ ਇਹ ਸਟੂਡੈਂਟ ਪੋਲਿਟਿਕਸ ਦਾ ਵੀ ਗੜ ਹੁੰਦੀ ਹੈ। ਇਹਦੇ ਵਿੱਚ ਜਿੱਥੇ ਅਸੀਂ ਕਹੀਏ ਕਿ ਅਕਾਲੀ ਦਲ ਦੀ ਪਾਰਟੀ ਹੈ SOI ਹੈ ਨਾ, ਜਿਹੜੀ ਸੋਈ ਜਿਹਨੂੰ ਕਹਿੰਦੇ ਨੇ, ਔਰ ਇਹਦੇ ਵਿੱਚ ਸਟੂਡੈਂਟ ਫੈਡਰੇਸ਼ਨ ਵਾਲੇ SF ਹੈ ਉਹ ਵੀ ਨੇ ਬਹੁਤ ਅੱਛੇ ਆ, ਔਰ ਸੋਪੂ ਹੈ, ਪੁਸੂ ਹੈ, ਔਰ RSS ਤੇ ABVP ਵੀ ਹੈਗੀਆਂ। ਤਾਂ ਹੁਣ ਕਿਤੇ ਨਾ ਕਿਤੇ ਉਹ ਸਟੂਡੈਂਟ ਪੋਲਿਟਿਕਸ ਵੀ ਕੈਪਚਰ ਕਰਨੀ ਹੈ ਉਹਨਾਂ ਨੇ, ਤਾਂ ਫਿਰ ਕੋਸ਼ਿਸ਼ਾਂ ਭਾਜਪਾ ਸ਼ੁਰੂ ਇਹ ਕਰ ਦਿੰਦੀ ਹੈ ਕਿ ਕਿਸੇ ਤਰੀਕੇ ਇਸ ਯੂਨੀਵਰਸਿਟੀ ਉੱਪਰ ਕਬਜ਼ਾ ਲਿੱਤਾ ਜਾਵੇ। ਲੇਕਿਨ ਉਹਨਾਂ ਦੀ ਬਦਕਿਸਮਤੀ ਨੂੰ ਜਦੋਂ ਭਾਜਪਾ ਦੀ ਗਵਰਨਮੈਂਟ ਆਉਂਦੀ ਹੈ, ਸਾਡੇ ਕੋਲ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹ ਅਰੁਣ ਗਰੋਵਰ ਹੈ। ਤਾਂ ਅਰੁਣ ਗਰੋਵਰ ਉਹ ਬੇਸਿਕਲੀ ਬਾਈ ਨੇਚਰ ਇੱਦਾਂ ਕੋ ਬਾਈ ਡਿਫਾਲਟ ਹੀ ਇਜ਼ ਏ ਪੰਜਾਬੀ, ਉਹ ਬੜਾ ਪੰਜਾਬੀ ਸੁਭਾਅ ਦਾ ਬੰਦਾ ਹੈ ਅਤੇ ਉਹ ਮੰਨਦਾ ਕਿ ਇਹ ਪੰਜਾਬ ਦੀ ਲੀਗੈਸੀ ਯੂਨੀਵਰਸਿਟੀ ਆ। ਉਹ ਆਪਣੇ ਕਾਰਜਕਾਲ ਦੇ ਦੌਰਾਨ VC ਨੂੰ ਇੱਦਾਂ ਕੋ ਕੇਂਦਰ ਸਰਕਾਰ ਨੂੰ ਨੇੜੇ ਨਹੀਂ ਲੱਗਣ ਦਿੰਦਾ। ਲੇਕਿਨ ਜਦੋਂ ਹੀ ਉਹਨਾਂ ਦੀ ਟਰਮ ਖਤਮ ਹੁੰਦੀ ਹੈ 2019 ਦੇ ਵਿੱਚ 2018 ਦੇ ਵਿੱਚ, ਅਤੇ ਫਿਰ ਜਿਹੜਾ ਨਵਾਂ VC ਆਉਂਦਾ ਉਹ ਪਹਿਲੀ ਵਾਰੀ ਨੌਨ ਪੰਜਾਬੀ ਬੈਕਗਰਾਊਂਡ ਦਾ VC ਆਉਂਦਾ। ਹੁਣ ਤੱਕ ਇੱਥੇ ਜਿੰਨੇ VC ਲੱਗੇ ਹੈਗੇ ਮਨਿੰਦਰ ਜੀ, ਇੱਕ ਚੀਜ਼ ਇਹ ਵੀ ਸਮਝਣੀ ਪਊਗੀ ਕਿ ਉਹ ਪੰਜਾਬੀ ਬੈਕਗਰਾਊਂਡ ਦੇ ਆ। ਸਿਰਫ ਇੱਕ KN ਪਾਠਕ ਥੋੜ੍ਹੀ ਦੇਰ ਦੇ ਲਈ VC ਬਣਦੇ ਹੈਗੇ, ਉਹ ਪੰਜਾਬੀ ਬੈਕਗਰਾਊਂਡ ਦੇ ਨਹੀਂ ਹੈਗੇ। ਲੇਕਿਨ ਇੱਦਾਂ ਕਹੋ ਕਿ ਉਹ ਇਸੇ ਯੂਨੀਵਰਸਿਟੀ ਦਾ ਸਟੂਡੈਂਟ ਸੀ, ਇੱਥੇ ਹੀ ਪੜ੍ਹਾਇਆ ਸੀ, ਇੱਥੇ VC ਲੱਗ ਗਏ, ਤਾਂ ਜਿਸ ਕਰਕੇ ਉਹਨਾਂ ਦਾ ਇਸ ਯੂਨੀਵਰਸਿਟੀ ਨਾਲ ਬਹੁਤ ਵੱਡਾ ਕਨੈਕਸ਼ਨ ਸੀ। ਲੇਕਿਨ KN ਪਾਠਕ ਸਾਹਿਬ ਜਿਹੜੇ ਸੀਗੇ ਇਕੱਲੇ ਇੱਕ ਗੈਰ ਪੰਜਾਬੀ ਰਹੇ ਆ। ਉਸ ਤੋਂ ਬਾਅਦ ਇਹ ਇੱਕ ਰਵਾਇਤ ਹੀ ਰਹੀ ਹੈ ਕਿ ਇੱਥੇ ਜਿਹੜਾ ਹੈਗਾ ਹਮੇਸ਼ਾ ਯੂਨੀਵਰਸਿਟੀ ਦੇ ਵਿੱਚ VC ਜਿਹੜਾ ਹੈਗਾ ਉਹ ਪੰਜਾਬੀ ਬੈਕਗਰਾਊਂਡ ਦਾ ਹੋਊਗਾ। ਲੇਕਿਨ ਭਾਜਪਾ ਇੱਕ ਇਹੋ ਜਿਹਾ VC ਭੇਜਦੀ ਹੈ ਜਿਹੜਾ ਕਿ ਉੱਤਰ ਪ੍ਰਦੇਸ਼ ਤੋਂ ਹੈ ਔਰ RSS ਬੈਕਗਰਾਊਂਡ ਦਾ। ਅਤੇ ਇਹ VC ਸਾਹਿਬ ਵੀ ਆ ਕੇ ਆਪਣੀ ਮਤਲਬ ਕਿ RSS ਨਾਲ ਕਮਿਟਮੈਂਟ ਲੁਕਾਉਂਦੇ ਨਹੀਂ ਆ। ਉਹ ਪਹਿਲੇ ਦਿਨ ਹੀ ਜਦੋਂ ਜੁਆਇਨ ਕਰਦੇ ਆ ਉਦੋਂ ਹੀ ਉਹ RSS ਦੇ ਦਫ਼ਤਰ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਆਉਂਦੇ ਹੈਗੇ। ਉਹ ਲੁਕਾਉਂਦੇ ਨਹੀਂ ਕਿ ਮੇਰੀ ਹੈਗੀ। ਔਰ ਉਦੋਂ ਬਾਅਦ ਫਿਰ ਇੱਥੇ ਹੁਣ ਯੂਨੀਵਰਸਿਟੀ ਦੇ ਉੱਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਤੇਜ਼ ਹੋ ਜਾਂਦੀਆਂ 2018 ਦੇ ਵਿੱਚ। ਔਰ ਸਾਡੇ ਕਿਰਨ ਖੇਰ ਜਿਹੜੇ ਕਿ ਪੰਜਾਬੀ ਦੀ ਐਕਟਰਸ ਵੀ ਆ, ਔਰ ਇੱਥੇ ਉਹ ਯੂਨੀਵਰਸਿਟੀ ਦੇ ਵਿੱਚ ਬੀਇੰਗ MP ਹੋਣ ਕਰਕੇ ਉਹ ਮੈਂਬਰ ਵੀ ਰਹੇ ਸੈਨੇਟ ਦਾ। ਔਰ ਇੱਕ ਸੋਮ ਪ੍ਰਕਾਸ਼ ਨੇ ਜਿਹੜੇ ਕਿ ਭਾਜਪਾ ਦੇ ਮੰਤਰੀ ਨੇ, ਉਹਨਾਂ ਨੇ ਬੜੇ ਵੱਡੇ ਤਰੀਕੇ ਨਾਲ ਹੀ ਕਹਿ ਤਾ ਕਿ ਅਸੀਂ ਸੈਨੇਟ ਉਡਾ ਦਿਆਂਗੇ, ਤੁਸੀਂ ਸਾਡੀ ਗੱਲ ਨਹੀਂ ਸੁਣਦੇ। ਜੇ ਅਸੀਂ ਧਾਰਾ 370 ਕਸ਼ਮੀਰ ਸਾਫ਼ ਕਰ ਸਕਦੇ ਹਾਂ, ਸੈਨੇਟ ਉਡਾਉਣੀ ਕੀ ਚੀਜ਼ ਹੈ। ਅਤੇ ਉਹਨਾਂ ਨੇ ਮਤਲਬ ਕਿ ਇਹ ਪਹਿਲਾਂ ਹੀ ਇਸ਼ਾਰਾ ਕਰਤਾ ਸੀ ਕਿ ਹੁਣ ਅਸੀਂ ਕਬਜ਼ਾ ਕਰਾਂਗੇ। ਤਾਂ ਇੱਕ ਦਿਨ
ਕਿਸਾਨ ਅੰਦੋਲਨ ਦੇ ਵਿੱਚ ਜਦੋਂ ਲੱਗਿਆ ਚੁੱਪ ਚਪੀਤੇ ਜਿਵੇਂ ਕਿਸਾਨ ਬਿੱਲ ਆਏ ਹੈਗੇ ਤਾਂ ਠੀਕ ਉਸੇ ਤਰੀਕੇ ਨਾਲ ਇੱਕ ਦਿਨ ਰਾਤੋਂ ਰਾਤ ਇਹ ਵੀ ਆ ਗਈ ਸੀ ਖਬਰ ਕਿ ਇਹ ਯੂਨੀਵਰਸਿਟੀ ਸੈਂਟਰ ਦੀ ਹੋਗੀ। ਠੀਕ ਹੈ, ਨੋਟੀਫਿਕੇਸ਼ਨ ਜਾਰੀ ਹੋਣ ਦਾ ਰੌਲਾ ਪੈ ਗਿਆ ਔਰ ਕਈ ਜਿਵੇਂ ਕਿ ਵਿਕੀਪੀਡੀਆ ਵਰਗੀਆਂ ਕਈ ਵੈਬਸਾਈਟਾਂ ਅਚਾਨਕ ਅਪਡੇਟ ਹੋਈਆਂ ਔਰ ਇਸ ਯੂਨੀਵਰਸਿਟੀ ਦਾ ਸਟੇਟਸ ਜਿਹੜਾ ਸੀ ਉਹ ਬਦਲ ਦਿੱਤਾ ਗਿਆ। ਠੀਕ ਹੈ ਜੀ। ਅਤੇ ਉਦੋਂ ਵੀ ਫਿਰ ਰੌਲਾ ਪੈ ਗਿਆ, ਰੌਲਾ ਪਾਉਣ ਵਾਲਿਆਂ ਵਿੱਚ ਉਦੋਂ ਵੀ ਅਸੀਂ ਸੀਗੇ ਕਿ ਵੀ ਇਹ ਯੂਨੀਵਰਸਿਟੀ ਨੂੰ ਧੱਕੇ ਨਾਲ ਕਬਜ਼ਾ, ਇੰਨੇ 'ਚ ਕਿਸਾਨ ਅੰਦੋਲਨ ਤੇਜ਼ ਹੋ ਗਿਆ ਅਤੇ ਉਹ ਭਾਜਪਾ ਨੂੰ ਇੱਕ ਵਾਰੀ ਆਪਣਾ ਮਤਲਬ ਕਿ ਰੋਲ ਬੈਕ ਕਰਨਾ ਪੈ ਗਿਆ। ਹਾਲੇ ਵੀ ਕਲੀਅਰ ਨਹੀਂ ਹੈ ਕਿ ਉਸ ਨੋਟੀਫਿਕੇਸ਼ਨ ਦਾ ਜਾਂ ਕੀ ਬਣਿਆ, ਉਹਨਾਂ ਨੇ ਕੀ ਕੀਤਾ, ਉਹ ਗੱਲ ਗੋਲ ਹੋ ਗਈ। ਤਾਂ ਫਿਰ ਉਹਨਾਂ ਨੇ ਸੋਚਿਆ ਕਿ ਇਸ ਨੂੰ ਹੋਰ ਤਰੀਕੇ ਨਾਲ ਕਬਜ਼ੇ 'ਚ ਲਿੱਤਾ ਜਾਵੇ ਤਾਂ ਫਿਰ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਭਾਜਪਾ ਲੈ ਕੇ ਆ ਰਹੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਨਿਊ ਐਜੂਕੇਸ਼ਨ ਪਾਲਿਸੀ 2020। ਉਹ ਸਾਰੇ ਦੇਸ਼ ਦੇ ਵਿੱਚ ਤੁਸੀਂ ਜਾਣਦੇ ਹੋ ਹਾਇਰ ਐਜੂਕੇਸ਼ਨ ਦਾ ਸਿਸਟਮ ਚੇਂਜ ਕਰਨਾ ਚਾਹੁੰਦੇ ਨੇ। ਤਾਂ ਉਸ ਦੇ ਤਹਿਤ ਇੱਕ ਚਿੱਠੀ ਜਿਹੜੀ ਹੈਗੀ ਉਹ ਮਤਲਬ ਕਿ ਯੂਨੀਵਰਸਿਟੀ ਨੂੰ ਮਿਲਦੀ ਹੈਗੀ ਕਿ ਤੁਸੀਂ ਆਪਣੇ ਗਵਰਨੈਂਸ ਰਿਫਾਰਮਸ ਲਾਗੂ ਕਰੋ ਨਵੀਂ ਐਜੂਕੇਸ਼ਨ ਪਾਲਿਸੀ ਦੇ ਤਹਿਤ। ਠੀਕ ਹੈ ਜੀ। ਹੁਣ ਅਜੀਬ ਗੱਲ ਇਹ ਹੈ ਕਿ ਉਹ ਨਵੀਂ ਐਜੂਕੇਸ਼ਨ ਪਾਲਿਸੀ ਹਾਲੇ ਲਾਗੂ ਨਹੀਂ ਹੋਈ, ਕੈਬਨਿਟ ਨੇ ਪਾਸ ਕੀਤੀ ਹੈ, ਹਜੇ ਪਾਰਲੀਮੈਂਟ 'ਚੋਂ ਪਾਸ ਨਹੀਂ ਹੋਈ, ਲੇਕਿਨ ਉਹਦੇ ਤਹਿਤ ਤੋਂ ਪਹਿਲਾਂ ਹੀ ਕਹਿ ਦਿੰਦੇ ਨੇ ਕਿ ਤੁਸੀਂ ਆਪਣੇ ਗਵਰਨੈਂਸ ਜਿਹੜੇ ਹੈਗੇ ਐਂਟੀਸਪੇਸ਼ਨ ਦੇ ਵਿੱਚ ਹੀ ਇੰਪਰੂਵ ਕਰੋ। ਅਤੇ ਬਸ ਇੱਕ ਜਿਹੜੀ ਅਚਾਨਕ ਹੀ ਕਮੇਟੀ ਬਣਾ ਦਿੰਦੇ ਨੇ, ਚਾਂਸਲਰ ਸਾਹਿਬ ਸਾਡੇ ਜਿਹੜੇ ਉਪ ਰਾਸ਼ਟਰਪਤੀ ਜੀ ਨੇ, ਉਹ ਆਉਂਦੀ ਹੈ ਯੂਨੀਵਰਸਿਟੀ ਵਿੱਚ ਇੱਕ 11 ਮੈਂਬਰੀ ਕਮੇਟੀ ਬਣ ਜਾਂਦੀ ਹੈ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ 11 ਮੈਂਬਰੀ ਕਮੇਟੀ ਬਣ ਗਈ। ਉਹਦੇ ਵਿੱਚ ਬਹੁਤੇ ਬੰਦੇ RSS ਦੇ ਨੇ ਔਰ ਫਿਰ ਮਤਲਬ ਕਿ ਉਹਦਾ ਇਸ ਯੂਨੀਵਰਸਿਟੀ ਨਾਲ ਕੋਈ ਤਾਲੁਕ ਨਹੀਂ, ਉਹ ਸਾਰੇ ਦੇ ਸਾਰੇ ਇੱਦਾਂ ਕਹੋ ਕਿ ਉਹ RSS ਨਾਲ ਜੁੜੇ ਹੋਏ ਲੋਕ ਨੇ। ਸਿਰਫ 2 ਪੰਜਾਬ ਦੇ ਮਤਲਬ ਕਿ ਨੋਮੀਨੀ ਹੈਗੇ ਜਿਨ੍ਹਾਂ ਵਿੱਚੋਂ ਇੱਕ ਜਸਪਾਲ ਸਿੰਘ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਔਰ ਦੂਜੇ ਪਰਮਜੀਤ ਸਿੰਘ ਜਿਹੜੇ ਕਿ DPI ਸੀਗੇ। ਅਤੇ ਉਹ 2 ਨੋਮੀਨੀ ਵਿੱਚ ਪੰਜਾਬ ਸਰਕਾਰ ਦੇ ਨੇ, ਲੇਕਿਨ ਜਸਪਾਲ ਸਿੰਘ ਬਾਰੇ ਸਾਰੇ ਜਾਣਦੇ ਨੇ ਕਿ ਉਹ ਵੀ ਦਿੱਲੀ ਤੋਂ ਆਏ ਨੇ ਔਰ RSS ਦੀ ਬੈਕਗਰਾਊਂਡ ਨਾਲ ਜੁੜੇ ਹੋਏ ਨੇ। ਤਾਂ ਇਹ ਰਿਪੋਰਟ ਪਾਸ ਹੋ ਜਾਂਦੀ ਹੈ। ਰਿਪੋਰਟ ਪਾਸ ਹੋ ਜਾਂਦੀ ਹੈ ਔਰ ਸਮਝ ਲਓ ਕਿ ਇਹ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਈਵਨ ਪੰਜਾਬ ਸਰਕਾਰ ਦੇ ਟੇਬਲ ਤੋਂ ਵੀ ਉਹ ਆਲਮੋਸਟ, ਹਾਲਾਂਕਿ ਪੰਜਾਬ ਸਰਕਾਰ ਦਾ ਉਹਦੇ ਵਿੱਚ ਓਬਜੈਕਸ਼ਨ ਬਹੁਤ ਲਾਏ ਹੋਏ ਆ ਪੰਜਾਬ ਸਰਕਾਰ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਸਰਕਾਰ ਦੇ ਲੋਕਾਂ ਨੇ ਕੋਸ਼ਿਸ਼ ਨਹੀਂ ਕੀਤੀ, ਤਾਂ ਕੈਪਟਨ ਸਰਕਾਰ ਦੇ ਬਹੁਤ ਸਾਰੇ ਲੋਕਾਂ ਨੇ ਇਹਦੇ ਉੱਪਰ ਬੜੇ ਜ਼ਬਰਦਸਤ ਓਬਜੈਕਸ਼ਨ ਲਾਏ ਹੋਏ ਆ। ਲੇਕਿਨ ਤੁਸੀਂ ਦੇਖਦੇ ਹੋ ਕਿ ਕਿਸਾਨ ਬਿੱਲਾਂ ਉੱਪਰ ਵੀ ਜਾਂ ਓਬਜੈਕਸ਼ਨ ਪੰਜਾਬ ਨੇ ਕੀਤਾ ਹੀ, ਲੇਕਿਨ ਭਾਜਪਾ ਨੇ ਕਿਸਾਨ ਬਿੱਲ ਧੱਕੇ ਨਾਲ ਠੋਸੇ ਦੇਸ਼ ਦੇ ਉੱਪਰ। ਤਾਂ ਠੀਕ ਉਸੇ ਤਰਜ਼ ਦੇ ਉੱਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਪੰਜਾਬ ਸਰਕਾਰ ਦੇ ਓਬਜੈਕਸ਼ਨ ਕੀ ਹੈ, ਅਤੇ ਸਾਰੀ ਦੀ ਸਾਰੀ ਰਿਪੋਰਟ ਜਿਹੜੀ ਸੀ ਫਾਈਨਲ ਹੋ ਗਈ। ਵਿਦਨ ਦੀ ਟਾਈਮ ਜਿਹੜਾ ਸੀ ਇਹ ਜਿਹੜੇ ਕੁਛ VC ਸਾਹਿਬ ਨੇ ਉਹ ਫਿਰ ਹੱਦ ਦੇ ਅਗਾਂਹ ਚਲੇ ਗਏ ਕਿਉਂਕਿ ਹੁਣ ਭਾਜਪਾ ਦੀ ਤਾਕਤ ਹੈ। ਤਾਂ ਜਦੋਂ ਪਿਛਲੀ ਸੈਨੇਟ ਹਾਲੇ ਸੀਗੀ ਤਾਂ VC ਸਾਹਿਬ ਨੇ ਲਾਸਟ 3 ਮਹੀਨੇ ਉਸ ਸੈਨੇਟ ਅਤੇ ਸਿੰਡੀਕੇਟ ਦੀਆਂ ਮੀਟਿੰਗਾਂ ਹੀ ਕਰਨੀਆਂ ਬੰਦ ਕਰਤੀਆਂ। ਉਹ ਕਹਿੰਦੇ ਰਹੇ ਕਿ ਤੁਸੀਂ ਮੀਟਿੰਗ ਕਰੋ, ਯੂਨੀਵਰਸਿਟੀ ਦੇ ਕੰਮ ਕਰਨ ਦੇ ਲਈ VC ਸਾਹਿਬ ਨੇ ਉਹ ਭੰਗ ਕਰਕੇ ਇੱਕ ਤਰੀਕੇ ਨਾਲ ਸਾਰੀ ਪਾਵਰ ਆਪਣੇ ਹੱਥ 'ਚ ਲੈ ਲਈ। ਉਹ 3 ਮਹੀਨੇ ਬਾਅਦ ਜਦੋਂ ਟਰਮ ਖਤਮ ਹੋ ਗਈ ਦੁਬਾਰਾ ਇਲੈਕਸ਼ਨ, ਉਹ VC ਸਾਹਿਬ ਨੇ ਕਰੋਨਾ ਦਾ ਬਹਾਨਾ ਲਾ ਕੇ ਕਹਿਤਾ। ਇਸ ਦੇ ਨਾਲ ਕੀ ਹੋਇਆ, ਕੁਝ ਮੈਂਬਰ ਜਿਹੜੇ ਸੀਗੇ ਉਹ ਹਾਈ ਕੋਰਟ ਚਲੇ ਗਏ ਔਰ ਹਾਈ ਕੋਰਟ ਨੇ ਕਿਹਾ ਕਿ ਹੁਣ ਕਰੋਨਾ ਖਤਮ ਹੋ ਗਿਆ, ਤੁਸੀਂ ਇਲੈਕਸ਼ਨ ਕਰਾਓ। ਉਹ ਤਾਂ ਇੱਕ ਬਹਾਨਾ ਲਾ ਕੇ ਦੂਜਾ ਬਹਾਨਾ ਲਾ ਕੇ ਉਹ ਰੋਕਦੇ ਰਹੇ। ਤਾਂ ਫਿਰ ਅਚਾਨਕ ਇੱਕ ਦਿਨ ਉਹਨਾਂ ਨੇ ਕਿਹਾ, ਇਹ ਰਿਪੋਰਟ ਪੇਸ਼ ਕਰਨ ਲੱਗੇ ਸੀ ਕੋਰਟ ਨੂੰ ਕਿ ਦੇਖੋ ਜੀ ਹੁਣ ਤਾਂ ਇਹ ਸੈਨੇਟ ਅਤੇ ਸਿੰਡੀਕੇਟ ਦਾ ਸਿਸਟਮ ਹੀ ਨਹੀਂ ਰਿਹਾ, ਇਹ ਨਵੀਂ ਰਿਪੋਰਟ ਆ ਗਈ। ਅਤੇ ਉਹਨਾਂ ਹੀ ਦਿਨਾਂ ਵਿੱਚ ਜਦੋਂ ਇਹ ਅਖਬਾਰ 'ਚ ਇੱਕ ਖਬਰ ਛਪਦੀ ਹੈ ਕਿ ਇਹ ਰਿਪੋਰਟ ਜਾ ਰਹੀ ਹੈ, ਨੈਕਸਟ ਡੇ ਕਿਤੇ ਮੇਰਾ ਆਪ ਦਾ ਪ੍ਰਮੋਸ਼ਨ ਦਾ ਪੰਗਾ। ਜਦੋਂ ਦੇ VC ਸਾਹਿਬ ਆਏ ਨੇ ਇੱਥੇ ਪੰਜਾਬੀ ਲੋਕਾਂ ਨੂੰ, ਔਰ ਮੈਂ ਕਹਿਣ 'ਚ ਮੈਨੂੰ ਕੋਈ ਝਿਜਕ ਨਹੀਂ, ਸਿੱਖ ਲੋਕਾਂ ਨੂੰ ਬਹੁਤ ਟਾਰਗੇਟ ਕੀਤਾ ਜਾਂਦਾ। ਉਹਨਾਂ ਨੂੰ ਮਤਲਬ ਕਿ ਚੱਕ ਕੇ ਪੋਸਟਾਂ ਤੋਂ ਪਾਸੇ ਕਰਕੇ, ਅਤੇ ਜਿਹੜੇ ਗੈਰ ਪੰਜਾਬੀ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤਾਂ ਮੇਰੀ ਪ੍ਰਮੋਸ਼ਨ ਰੁਕੀ ਹੋਈ ਸੀ 3 ਸਾਲ ਤੋਂ। ਅਤੇ ਮੇਰਾ ਉਹ ਕੇਸ ਆ ਜਦੋਂ ਹਵਾ 'ਚ ਉਛਲਿਆ, ਮੈਂ ਅਖਬਾਰ ਦੇ ਵਿੱਚ ਬਿਆਨ ਦਿੱਤੇ ਵੀ ਮੇਰਾ ਇਹ 3 ਸਾਲ ਤੋਂ ਗਲਤ ਤਰੀਕੇ ਨਾਲ ਮੇਰੀ ਪ੍ਰਮੋਸ਼ਨ ਰੋਕ ਕੇ ਬੈਠਿਆ। ਅਤੇ ਮੈਨੂੰ ਕਿਸੇ ਪੱਤਰਕਾਰ ਨੇ ਇਹ ਰਿਪੋਰਟ ਭੇਜੀ। ਉਹ ਕਹਿੰਦੇ ਤੁਸੀਂ ਪ੍ਰਮੋਸ਼ਨ ਭਾਲਦੇ ਹੋ, ਤੁਹਾਡੀ ਤਾਂ ਯੂਨੀਵਰਸਿਟੀ ਚੱਲੀ ਹੈ। ਮੈਂ ਕਿਹਾ ਇਹੋ ਜਿਹਾ ਕੀ ਹੋ ਗਿਆ? ਉਹ ਕਹਿੰਦੇ ਤੁਸੀਂ ਆਹ ਰਿਪੋਰਟ ਪੜ੍ਹੋ, ਇਹ ਕੋਰਟ 'ਚ ਸਬਮਿਟ ਹੋਣ ਜਾ ਰਹੀ ਹੈ। ਔਰ ਜਦੋਂ ਮੈਂ ਰਿਪੋਰਟ ਪੜ੍ਹੀ ਮਨਿੰਦਰ ਜੀ, ਆਈ ਵਾਸ ਸ਼ੌਕਡ। ਮਤਲਬ ਕਿ ਉਹ ਰਿਪੋਰਟ ਇੰਨੀ ਕੁ ਖਤਰਨਾਕ ਸੀ, ਮਤਲਬ ਕਿ ਇਹ ਪੰਜਾਬ ਦੀ ਯੂਨੀਵਰਸਿਟੀ ਸੀ ਔਰ ਇਹਦੇ ਵਿੱਚ ਪੰਜਾਬ ਦਾ ਕੱਖ ਨਹੀਂ ਛੱਡਿਆ ਉਹਨਾਂ ਨੇ, ਸਾਰੀ ਪਾਵਰ ਜਿਹੜੀ ਸੀ ਉਹ ਸੈਂਟਰ ਲੈ ਗਿਆ। ਮੈਂ ਉਹ 270 ਪੇਜ ਦੀ ਰਿਪੋਰਟ ਸੀ, ਮੈਂ ਪੂਰੀ ਰਾਤ ਜਾ ਕੇ ਉਹ ਪੜ੍ਹੀ ਔਰ ਫਿਰ ਮੈਂ ਸਵੇਰੇ ਉੱਠ ਕੇ ਲੀਡਰਾਂ ਨੂੰ ਫੋਨ ਕਰਨੇ ਸ਼ੁਰੂ ਕੀਤੇ। ਮੈਂ ਸਭ ਤੋਂ ਪਹਿਲਾਂ ਮਤਲਬ ਕਿ ਆਪਣੇ ਆਪ ਵਾਲੇ ਭਗਵੰਤ ਮਾਨ ਨੂੰ, ਇਹਨਾਂ ਨੂੰ ਕਿਹਾ। ਫਿਰ ਮੈਂ ਕਾਂਗਰਸ ਦੇ ਕੁਛ ਮਿਨਿਸਟਰਾਂ ਨੂੰ ਫੋਨ ਕੀਤੇ ਔਰ ਫਿਰ ਮੈਂ ਮਤਲਬ ਕਿ ਅਕਾਲੀ ਦਲ ਨੂੰ ਅਪਰੋਚ ਕੀਤੀ ਕਿ ਇਹ ਵਾਪਰ ਗਿਆ, ਕਿਸੇ ਨੂੰ ਉਮੀਦ ਨਹੀਂ ਹੋਈ ਵੀ ਐਂ ਹੋ ਸਕਦਾ, ਉਹ ਪੁੱਛੋ। ਫਿਰ ਉਹਨਾਂ ਨੂੰ ਸਾਰੀ ਡਿਟੇਲ ਕੱਢ ਕੇ ਭੇਜੀ ਕਿ ਦੇਖੋ ਆਹ ਹੋ ਗਿਆ। ਔਰ ਫਿਰ ਮੈਨੂੰ ਜਦੋਂ ਲੱਗਿਆ ਵੀ ਉੱਧਰੋਂ ਹਜੇ ਮੈਨੂੰ ਰਿਸਪੌਂਸ ਪ੍ਰੋਪਰ ਨਹੀਂ ਮਿਲ ਰਿਹਾ, ਅਤੇ ਫਿਰ ਮੈਂ ਕੁਛ ਪੱਤਰਕਾਰ ਮਿੱਤਰਾਂ ਨਾਲ ਗੱਲ ਕੀਤੀ ਔਰ ਜਿਹੜੇ ਵੈੱਬ ਚੈਨਲਸ ਨੇ ਉਹ ਫਟਾਫਟ ਆਏ ਉਹ, ਔਰ 10-12 ਵੈੱਬ ਚੈਨਲ ਦੇ ਉੱਪਰ ਮੈਂ ਮੁੱਦਾ ਚੁੱਕਿਆ। ਔਰ ਫਿਰ ਥੈਂਕ ਗੋਡ ਕਿ ਪੰਜਾਬੀ ਜਿਵੇਂ ਹੁੰਦੇ ਨੇ ਥੋੜ੍ਹਾ ਲੇਟ ਜਾਗਦੇ ਨੇ, ਜਾਗੇ। ਅਕਾਲੀ ਦਲ ਵਾਲਿਆਂ ਨੇ ਤਾਂ ਇੱਥੇ ਆ ਕੇ ਧਰਨਾ ਹੀ ਲਾਤਾ ਸੋਈ 'ਤੇ, ਮਤਲਬ ਕਿ ਉਹਨਾਂ ਦੀ ਜਿਹੜੀ ਯੂਥ ਅਕਾਲੀ ਦਲ ਨੇ ਤਾਂ ਯੂਨੀਵਰਸਿਟੀ ਘੇਰ ਲਈ। ਔਰ ਮਤਲਬ ਕਿ ਆਪ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਫ਼ ਹੀ ਕਹਿ ਤਾ ਕਿ ਵੀ ਜੇ ਤੁਸੀਂ ਇੱਦਾਂ ਕੀਤਾ ਤਾਂ ਫਿਰ ਅਸੀਂ ਧਰਨਾ ਲਾਵਾਂਗੇ।
ਕਾਂਗਰਸ ਵੱਲੋਂ ਹਾਲੇ ਰਿਸਪੌਂਸ ਨਹੀਂ ਮਿਲਿਆ ਉਹਨਾਂ ਜਿੰਨਾ ਚਾਹੀਦਾ ਸੀ। ਮੈਨੂੰ ਲੱਗਦਾ ਉਹ ਆਪਣੇ ਆਪ ਦੀ ਲੜਾਈ 'ਚ ਇੰਨੇ ਉਲਝੇ ਹੋਏ ਹੈ। ਪਰ ਸਾਡੀ ਜਿਵੇਂ ਉਹ ਅੰਦਰ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਬਜੈਕਸ਼ਨ ਲਾਏ ਸੀ। ਫਿਰ ਜਦੋਂ ਦੁਬਾਰਾ ਰਿਪੋਰਟ ਪੜ੍ਹੀ ਔਰ ਮੈਨੂੰ ਲੱਗਦਾ ਕੈਪਟਨ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ, ਉਹਨਾਂ ਨੇ ਸੱਚੀ ਮੁੱਚੀ ਕਾਫੀ ਸਖਤ ਆਬਜੈਕਸ਼ਨ ਲਾਏ ਹੋਏ ਹੈ। ਉਹਨਾਂ ਨੇ ਇੱਥੋਂ ਤੱਕ ਹੀ ਕਹਿ ਤਾ ਕਿ ਵਾਈਸ ਚਾਂਸਲਰ ਕੌਣ ਹੁੰਦਾ ਇਹ ਕਮੇਟੀ ਬਣਾਉਣ ਵਾਲਾ, ਵਾਈਸ ਚਾਂਸਲਰ ਕੋਲ ਤਾਂ ਪਾਵਰ ਹੀ ਨਹੀਂ ਹੈਗੀ ਇਹ ਕਮੇਟੀ ਬਣਾਉਣ ਦੀ। ਤਾਂ ਹੁਣ ਮਤਲਬ ਕਿ ਇਹ ਹੈ ਕਿ ਇੱਕ ਵਾਰੀ ਇੱਦਾਂ ਲੱਗਦਾ ਵੀ ਰੁਕ ਗਿਆ ਮਾਮਲਾ। ਤੇ ਪਰ ਕਿੰਨੀ ਦੇਰ ਰੁਕਿਆ ਹੋਇਆ ਇਹ ਹਾਲੇ ਕਹਿਣਾ ਔਖਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਕੇਂਦਰ ਸਰਕਾਰ ਰਾਜਾਂ ਦੀਆਂ ਜਿਹੜੀਆਂ ਪਾਵਰਾਂ ਉਹ ਖੋਹ ਰਹੀ ਹੈ। ਹਰ ਰੋਜ਼ ਦੇਖਦੇ ਹਾਂ ਕਿ ਚਾਹੇ GST ਬਥੇਰੀਆਂ ਇਹੋ ਜਿਹੇ ਕਾਨੂੰਨ ਲੈ ਕੇ ਆ ਰਹੀ ਹੈ ਜਿਨ੍ਹਾਂ ਦੇ ਕਾਰਨ ਜਿਹੜਾ ਸਾਡਾ ਡੈਮੋਕ੍ਰੇਟਿਕ ਸਿਸਟਮ ਹੈ, ਜਿਹੜਾ ਸਾਡਾ ਜੇ ਫੈਡਰਲ ਜਿਹੜਾ ਸਿਸਟਮ ਹੈ ਉਹਨੂੰ ਤੋੜਨ ਦੀ ਜਿਹੜੀ ਲਗਾਤਾਰ ਕੋਸ਼ਿਸ਼, ਇਹ ਵੀ ਉਹਦੇ ਵਿੱਚ ਇੱਕ ਹੈ। ਫਿਰ ਇਹ ਚੀਜ਼ ਵੀ 100% ਦੇਖੋ ਕਿ ਖੇਤੀ ਜਿਹੜਾ ਸੀ ਉਹ ਰਾਜਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਉਦੋਂ ਕਿਸਾਨ ਬਿੱਲ ਧੱਕੇ ਨਾਲ ਲਾਗੂ ਕੀਤੇ ਔਰ ਇਸੇ ਤਰੀਕੇ ਨਾਲ ਸਿੱਖਿਆ ਵੀ ਮਤਲਬ ਕਿ ਇਹ ਸਾਡੇ ਇੱਦਾਂ ਕਹੀਏ ਸਰਕਾਰ ਦਾ ਵਿਸ਼ਾ ਹੈ, ਰਾਜ ਸਰਕਾਰ ਦਾ। ਔਰ ਦੇਖੋ ਤੁਸੀਂ ਜ਼ਬਰਦਸਤੀ ਸਾਡੇ ਕੋਲ ਯੂਨੀਵਰਸਿਟੀ ਖੋਈ ਜਾ ਰਹੀ, ਸਾਡੀ ਯੂਨੀਵਰਸਿਟੀ ਹੈ। ਸਾਨੂੰ ਤੁਸੀਂ ਅਚਾਨਕ ਇਹ ਇੱਦਾਂ ਹੀ ਹੋਇਆ ਕਿ 10 ਬੰਦੇ ਮੇਰੇ ਘਰੇ ਵੜ ਕੇ ਆ ਜਾਣ, ਲਓ ਜੀ ਤੁਹਾਡੇ ਘਰ ਦਾ ਸਿਸਟਮ ਸਹੀ ਕਰਨਾ, ਔਰ ਮੈਨੂੰ ਪੁੱਛੇ ਬਿਨਾਂ ਮੇਰਾ ਘਰ ਤੋੜਨਾ ਸ਼ੁਰੂ ਕਰ ਦੇਣ। ਇਹ ਮੇਰਾ ਘਰ ਹੈ, 10 ਬੰਦੇ ਮੇਰੇ ਘਰ ਦਾ ਭਲਾ ਕਰਨ ਦੇ ਨਾਮ 'ਤੇ ਆਉਂਦੇ ਨੇ। ਭਾਜਪਾ ਦੀ ਇੱਕ ਖਾਸ ਗੱਲ ਕੀ ਹੈ, ਉਹ ਕਹਿੰਦੀ ਤੁਹਾਡਾ ਭਲਾ ਕਰਨਾ, ਔਰ ਤੁਹਾਡਾ ਭਲਾ ਕਰਨ ਦੇ ਚੱਕਰ 'ਚ ਤੁਹਾਡੇ ਭਾਂਡੇ ਵੇਚ ਕੇ ਚਲੀ ਜਾਂਦੀ ਹੈ। ਅਤੇ ਸੇਮ ਉਹ ਪੰਜਾਬ ਯੂਨੀਵਰਸਿਟੀ 'ਚ ਕਰ ਰਹੀ ਹੈ। ਬੇਸਿਕਲੀ ਪੰਜਾਬ ਸਰਕਾਰ ਉਸ ਪੱਧਰ 'ਤੇ ਰਿਐਕਟ ਨਹੀਂ ਕਰ ਪਾ ਰਹੀ ਜਿਸ ਪੱਧਰ 'ਤੇ ਉਹਨੂੰ ਰਿਐਕਟ ਕਰਨਾ ਚਾਹੀਦਾ ਸੀ। ਬੰਗਾਲ ਦੇ ਵਿੱਚ ਉੱਥੇ ਮਮਤਾ ਨਹੀਂ ਉਹਨਾਂ ਨੂੰ ਵੜਨ ਦਿੰਦੀ, ਠੀਕ ਹੈ। ਤਾਂ ਪੰਜਾਬ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਲਗਾਤਾਰ ਆਪਣੇ ਹੱਕ ਛੱਡਿਆ। ਤੁਸੀਂ ਦੇਖੋ ਕਿ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਸਰਕਾਰ ਆਪਣੇ ਸਾਰੇ ਆਫਿਸ ਚੱਕ ਕੇ ਮੋਹਾਲੀ ਲੈ ਗਈ। ਠੀਕ ਹੈ, ਤੁਸੀਂ ਆਪ ਹੀ ਚੰਡੀਗੜ੍ਹ ਦੇ ਦਾਅਵਾ ਛੱਡੀ ਜਾਂਦੇ ਹੋ, ਅਗਲੇ ਤਾਂ ਅੰਦਰ ਵੜੀ ਜਾਂਦੇ ਆ। ਮਤਲਬ ਜੋ ਸਾਡੀ ਪੰਜਾਬ ਸਰਕਾਰਾਂ ਜਿਹੜੀਆਂ ਨੇ ਉਹ ਚੰਡੀਗੜ੍ਹ ਦੇ ਮਾਮਲੇ 'ਤੇ ਸੰਜੀਦਾ ਨਹੀਂ ਹੈਗੀਆਂ। ਇਸ ਕਰਕੇ ਜਿਹੜਾ ਕੁਝ ਜਿਹੜੀ ਗੱਲ ਤੁਸੀਂ ਕੀਤੀ ਵੀ ਸਿੱਖਾਂ ਦੀ ਗੱਲ, ਇਹ ਵੀ ਫਿਰ ਅਸੀਂ ਉਸੇ ਨੀਤੀ 'ਚੋਂ ਲੈ ਸਕਦੇ ਜਿਵੇਂ ਭਾਜਪਾ ਜਾਂ RSS ਦੀ ਅਸੀਂ ਆਈਡੀਓਲੋਜੀ ਕਹਿ ਲਈਏ ਕਿ ਘੱਟ ਗਿਣਤੀਆਂ ਨੂੰ ਕਿਤੇ ਨਾ ਕਿਤੇ ਪਿੱਛੇ ਕਰਨਾ, ਜਾਂ ਕਿਤੇ ਨਾ ਕਿਤੇ ਘੱਟ ਗਿਣਤੀਆਂ ਪ੍ਰਤੀ ਜਿਹੜੀ ਉਹ ਨਫ਼ਰਤ ਦੀ ਭਾਵਨਾ ਹੈ ਜਿਹਨੂੰ ਲੈ ਕੇ ਚੱਲਦੀ ਹੈ। ਇਹ ਵੀ ਉਹ ਜਿਹੜੀ ਤੁਹਾਡੇ ਜੇ ਅਸੀਂ ਕਹੀਏ ਰਿਕਰੂਟਮੈਂਟ ਨੂੰ ਕਹਿ ਲਈਏ, ਪ੍ਰਮੋਸ਼ਨਾਂ ਨੂੰ ਕਹਿ ਲਈਏ, ਸਿੱਖਾਂ ਦੀਆਂ ਨੂੰ ਖਾਸ ਕਰਕੇ, ਇਹ ਉਸੇ ਨੀਤੀ ਦੇ ਤਹਿਤ ਹੀ ਹੈ। ਦੇਖੋ ਇਸ ਲਈ ਇਕੱਲੇ RSS ਨੂੰ ਦੋਸ਼ ਦੇਣਾ ਠੀਕ ਨਹੀਂ ਹੋਣਾ। ਕਾਫੀ ਦੇਰ ਤੋਂ ਜਦੋਂ ਦਾ ਹੀ ਚੰਡੀਗੜ੍ਹ ਯੂਨੀਵਰਸਿਟੀ ਬਣੀ ਹੈ, ਇਹਦੇ ਵਿੱਚ ਐਂਟੀ ਸਿੱਖ ਮਾਹੌਲ ਹੌਲੀ ਵਧਾਇਆ ਗਿਆ। ਠੀਕ ਹੈ ਜੀ। ਇਹਦੇ ਕੰਢੇ ਤਾਂ ਮੈਨੂੰ ਲੱਗਦਾ ਕਿ ਇਹ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਹੀ ਬੀਜ ਗਏ ਸੀਗੇ। ਠੀਕ ਹੈ ਜੀ। ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੇ ਉੱਪਰ, ਕਿਉਂਕਿ ਪ੍ਰਤਾਪ ਸਿੰਘ ਕੈਰੋਂ ਜਿਹੜੇ ਸੀ ਉਹ ਪੋਲੀਟਿਕਸ ਦੇ ਵਿੱਚ ਕਬਜ਼ਾ ਚਾਹੁੰਦੇ ਸੀ, ਔਰ ਉਹਨਾਂ ਨੇ ਮਤਲਬ ਕਿ ਜਾਣ ਬੁੱਝ ਕੇ ਮਤਲਬ ਕਿ RSS ਤੇ ਜਿਹੜੀ ਆਰਿਆ ਸਮਾਜ ਲੌਬੀ ਨੂੰ ਹਵਾ ਦਿੱਤੀ ਕਿ ਤੁਸੀਂ ਪੰਜਾਬ ਦੇ ਉੱਪਰ ਆਪਣਾ ਵੱਧ ਤੋਂ ਵੱਧ ਦਾਅਵਾ ਪੇਸ਼ ਕਰੋ। ਔਰ ਉਸੇ ਸਿਲਸਿਲੇ ਵਿੱਚ ਹੀ ਕੈਰੋਂ ਸਾਹਿਬ ਦੇ ਟਾਈਮ 'ਤੇ ਹੀ, ਜੇ ਮੈਂ ਗਲਤ ਨਹੀਂ ਹਾਂ ਤਾਂ ਸਭ ਤੋਂ ਪਹਿਲਾਂ ਸੂਰਜਭਾਨ ਇੱਕ ਹਿੰਦੂ VC ਲਾਇਆ ਗਿਆ। ਚਲੋ ਮੈਂ ਇਹ ਨਹੀਂ, ਦੇਖੋ ਅਸੀਂ ਐਜੂਕੇਸ਼ਨਿਸਟ ਲੋਕ ਹਾਂ, ਸਾਨੂੰ ਐਜੂਕੇਸ਼ਨ ਦੇ ਵਿੱਚ ਹਿੰਦੂ ਸਿੱਖ ਦਾ ਰੌਲਾ ਨਹੀਂ ਪਾਉਣਾ ਚਾਹੀਦਾ। ਠੀਕ ਹੈ, ਟੈਲੈਂਟ ਔਰ ਪ੍ਰਤਿਭਾ ਦੇਖਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਬੰਦੇ ਦੀ ਇੰਟੈਲੈਕਚੁਅਲਿਟੀ ਔਰ ਕੰਮ ਦੇਖਣਾ ਚਾਹੀਦਾ ਹੈ। ਲੇਕਿਨ ਜਦੋਂ ਲਗਾਤਾਰ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਫਿਰ ਥੋੜ੍ਹਾ ਜਿਹਾ ਇਤਰਾਜ਼ਯੋਗ ਹੋ ਜਾਂਦਾ। ਤਾਂ ਉਸ ਵੇਲੇ ਪਤਾ ਨਹੀਂ ਕਿਵੇਂ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ 'ਤੇ ਹੋ ਗਿਆ ਕਿ ਇੱਥੇ ਪੰਜਾਬੀ ਮੂਲ ਦਾ ਤਾਂ ਲੱਗੂਗਾ, ਲੇਕਿਨ ਸਿੱਖ ਵਾਈਸ ਚਾਂਸਲਰ ਨਹੀਂ ਲੱਗੂਗਾ। ਤੁਸੀਂ ਦੇਖ ਲਓ ਕਿ ਇਹ ਅੱਜ ਤੀਕ ਇਸ ਯੂਨੀਵਰਸਿਟੀ ਵਿੱਚ ਕਦੇ ਕੋਈ ਸਿੱਖ ਵਾਈਸ ਚਾਂਸਲਰ ਨਹੀਂ ਲੱਗਿਆ, ਨੈਵਰ। ਲੇਕਿਨ ਉਸ ਵੇਲੇ ਇੱਕ ਟ੍ਰੈਡੀਸ਼ਨ ਬਣ ਗਈ ਕਿ ਠੀਕ ਹੈ, ਜੇ ਤੁਸੀਂ VC ਨਹੀਂ ਲਾਉਂਦੇ ਸਿੱਖ ਤਾਂ ਘੱਟੋ ਘੱਟ ਤੁਸੀਂ ਜਿਹੜੀਆਂ ਚੰਗੀਆਂ ਪੋਸਟਾਂ ਉੱਪਰ ਉਹਦੇ ਵਿੱਚ ਤੁਸੀਂ ਹਮੇਸ਼ਾ ਇੱਕ ਦਾ ਸਿੱਖ ਰੱਖੋ। ਇੱਕ ਟ੍ਰੈਡੀਸ਼ਨ ਬਣ ਗਈ, ਠੀਕ ਹੈ ਨਾ। ਜਿਵੇਂ ਆਮ ਤੌਰ 'ਤੇ ਰਜਿਸਟਰਾਰ ਹੈ, ਆਮ ਤੌਰ 'ਤੇ ਜਾਂ ਕੰਟਰੋਲਰ ਹੈਗੇ, ਇੱਕ ਦਾ ਜ਼ਰੂਰ ਉਹਨਾਂ 'ਚ ਸਿੱਖ ਰਿਹਾ। ਇੱਕ ਟ੍ਰੈਡੀਸ਼ਨ ਸੀ, ਇਹ ਰੂਲ ਨਹੀਂ ਸੀਗਾ। ਅਤੇ ਤੁਸੀਂ ਦੇਖ ਲਓ ਕਿ ਹੁਣ ਜਦੋਂ ਇਹ VC ਸਾਹਿਬ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਚੋਟੀ ਦੀਆਂ 13 ਪੋਸਟਾਂ, ਇੱਕ ਤਾਂ ਵੀ ਸਿੱਖ ਨਹੀਂ ਹੈ। ਠੀਕ ਹੈ। ਹੋਸਟਲ 'ਚ ਜਿਹੜੇ ਸਾਡੇ ਖਾਸ ਮੰਨੇ ਜਾਂਦੇ ਆ, ਕਿਉਂਕਿ ਉਹਦੇ ਵਿੱਚ ਸਟੂਡੈਂਟਸ ਨਾਲ ਡੀਲਿੰਗ ਹੁੰਦੀ ਹੈ, ਤਾਂ ਟੋਟਲ 20 ਦੇ ਕਰੀਬ ਹੋਸਟਲ ਆ ਇੱਥੇ, ਬॉयज़ ਅਤੇ ਗਰਲਸ ਮਿਲਾ ਲਈਏ। ਅਤੇ ਮੈਨੂੰ ਲੱਗਦਾ 2 ਤੇ 3 5 6 ਦੇ ਉੱਪਰ ਮਤਲਬ ਕਿ ਪੰਜਾਬੀ ਹੋਣਗੇ, ਸਿੱਖ ਤਾਂ ਸ਼ਾਇਦ 2 ਹੀ ਹੋਣਗੇ। ਠੀਕ ਹੈ। ਅਤੇ ਸਿਰਫ ਇੱਥੇ ਹੀ ਸਾਜ਼ਿਸ਼ ਨਹੀਂ ਹੈ ਕਿ ਟੌਪ ਮੋਸਟ ਪੋਸਟਾਂ ਸਿੱਖਾਂ ਨੂੰ ਦਿੱਤੀਆਂ ਜਾਂਦੀਆਂ। ਲਗਾਤਾਰ ਇੱਥੇ ਸਿੱਖਾਂ ਦੀ ਭਰਤੀ ਬੰਦ ਕੀਤੀ ਗਈ। ਹੁਣ ਇਸ ਯੂਨੀਵਰਸਿਟੀ ਵਿੱਚ ਜਦੋਂ ਕੋਈ ਚੰਗੀ ਪੋਸਟ ਦੇਣ ਦਾ ਟਾਈਮ ਆਉਂਦਾ, ਉਹ ਕਹਿਣਗੇ ਅਸੀਂ ਕਰੀਏ ਯੂਨੀਵਰਸਿਟੀ ਸਿੱਖ ਪ੍ਰੋਫੈਸਰ ਨਹੀਂ ਹੈਗੇ, ਭਰਤੀ ਬੰਦ ਕਰਤੀ। ਜਦੋਂ ਹੋਣਗੇ ਇਹਨਾਂ ਤੋਂ ਪੋਸਟ ਕਿੱਥੋਂ ਮਿਲੂਗੀ ਉਹਨਾਂ ਨੂੰ? ਇਹ ਭਰਤੀ ਬੇਸਿਕਲੀ ਪਹਿਲੀ ਵਾਰੀ ਕਦੋਂ ਸਿੱਖਾਂ ਇਹ ਗੜਬੜ ਹੁੰਦੀ ਹੈ। KN ਪਾਠਕ ਸਾਹਿਬ ਜਦੋਂ ਸਾਡੇ VC ਬਣਦੇ ਆ, ਉਹ ਪਹਿਲਾਂ ਮਤਲਬ ਕਿ ਉੱਤਰ ਪ੍ਰਦੇਸ਼ ਨਾਲ ਰਿਲੇਟਡ VC ਸੀ, ਔਰ ਉਹਨਾਂ ਦੇ ਟਾਈਮ ਦੇ ਉੱਪਰ ਰਾਜਿਕ ਉੱਤਰ ਪ੍ਰਦੇਸ਼ ਦੇ ਲੋਕ ਭਰਤੀ ਕੀਤੇ ਗਏ ਇੱਥੇ। ਤਾਂ ਉਹੀ 15 ਸਾਲ ਪਹਿਲਾਂ ਜਿਹੜੇ KN ਪਾਠਕ ਸਾਹਿਬ ਦੇ ਟਾਈਮ 'ਤੇ ਭਰਤੀ ਕੀਤੇ, ਸਮਝ ਲਓ ਅੱਜ ਉਹ ਸਾਰੇ ਦੇ ਸਾਰੇ ਲੋਕ ਪ੍ਰੋਫੈਸਰ ਬਣ ਰਹੇ ਆ।
ਤੇ ਸਿੱਖ ਹੈ ਹੀ ਨਹੀਂ। ਹੁਣ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਡਿਪਾਰਟਮੈਂਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਿੱਖ ਚੇਅਰ। ਠੀਕ ਹੈ ਜੀ। ਤੇ ਗੁਰੂ ਨਾਨਕ ਸਿੱਖ ਚੇਅਰ ਦੇ ਉੱਪਰ ਲਾਉਣ ਵਾਸਤੇ ਇਹਨਾਂ ਕੋਲ ਸਿੱਖ ਹੈ ਨਹੀਂ। ਇਹ ਤਰਾਸਦੀ ਆਈ ਪਈ ਹੈ, ਇੰਨੇ ਤਰੀਕੇ ਦੇ ਨਾਲ ਮਾਰਿਆ ਜਾ ਰਿਹਾ। ਹਾਂ ਬਿਲਕੁਲ, ਇੱਥੇ ਸਿੱਖਾਂ ਦੀ ਭਰਤੀ ਬੰਦ ਕਰ ਦਿੱਤੀ ਗਈ। ਜਿਹੜੀ ਚੇਅਰ ਹੀ ਉਹਨਾਂ ਦੀ ਹੈ ਤੇ ਉਹਨਾਂ ਹਾਂ, ਤੇ ਤੁਸੀਂ ਦੇਖੋ ਕਿ ਇੱਥੇ ਬੰਦੇ ਹੀ ਹੈ ਨਹੀਂ। ਫਿਰ ਕਿ ਹੁਣ ਅਸੀਂ ਕੱਲ ਗਿਣਤੀ ਕਰ ਰਹੇ ਸੀ, ਸਾਨੂੰ ਕਿਸੇ ਨੇ ਸਵਾਲ ਕੀਤਾ ਵੀ ਤੁਸੀਂ ਦੱਸੋ ਤੁਹਾਡੇ ਕੋਲ, ਔਰ ਅਸੀਂ ਸੱਚੀ ਮੁੱਚੀ ਨੋਟ ਕੀਤਾ ਕਿ ਸਿਰਫ 45 ਦੇ ਕਰੀਬ ਸਿੱਖ ਪ੍ਰੋਫੈਸਰ ਨੇ, ਉਹਨਾਂ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੇ। ਠੀਕ ਹੈ। ਟੋਟਲ ਕਿੰਨੇ ਪ੍ਰੋਫੈਸਰ ਹੈ ਯੂਨੀਵਰਸਿਟੀ ਦੇ? ਯੂਨੀਵਰਸਿਟੀ ਵਿੱਚ ਕਾਫੀ 400-500 ਤੋਂ 500 ਵਾਵਾ। 10% ਤੋਂ ਵੀ ਘੱਟ ਰਹੇਗੀ। ਹਾਂ, ਮਤਲਬ ਕਿ ਤੁਸੀਂ ਮੰਨ ਕੇ ਚੱਲੋ, ਨਹੀਂ ਚਲੋ ਥੋੜ੍ਹੇ ਜਿਹੇ ਜ਼ਿਆਦਾ ਵੀ ਹੋ ਸਕਦੇ ਆ। ਇਸ਼ੂ ਹੈ ਕਿ ਇੱਕ ਸਾਜ਼ਿਸ਼ ਲੰਬੇ ਸਮੇਂ ਤੋਂ ਚੱਲ ਰਹੀ ਹੈ, ਸਾਡੇ ਲੋਕਾਂ ਨੇ ਕਦੇ ਕਾਊਂਟਰ ਨਹੀਂ ਕੀਤੀ। ਮੈਂ ਫਿਰ ਰਿਪੀਟ ਕਰਦਾ ਕਿ ਐਜੂਕੇਸ਼ਨ ਦੇ ਵਿੱਚ ਕਿਸੇ ਬੰਦੇ ਦਾ ਸਿੱਖ ਹੋਣਾ ਜਾਂ ਹਿੰਦੂ ਹੋਣਾ ਉਹਦੀ ਕੁਆਲੀਫਿਕੇਸ਼ਨ ਨਹੀਂ ਹੈ, ਲੇਕਿਨ ਪ੍ਰੋਬਲਮ ਸਾਡੇ ਕਲਚਰ ਨਾਲ ਜੁੜੀ ਹੋਈ ਹੈ। ਦੇਖੋ, ਇਹ ਸਾਡੀ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ। ਜਦੋਂ ਕਿਸੇ ਕਲਚਰ ਦੇ ਵਿੱਚ ਯੂਨੀਵਰਸਿਟੀ ਬਣਦੀ ਹੈ ਤੇ ਉਹ ਇਨਸ਼ੋਰ ਕਰਦੀ ਹੈ ਕਿ ਉਸ ਖਿੱਤੇ ਦੇ ਕਲਚਰ ਨੂੰ ਪ੍ਰਮੋਟ ਕੀਤਾ ਜਾਊਗਾ। ਤੇ ਹੁਣ ਸਾਡੇ ਕਲਚਰ ਦੇ ਵਿੱਚ ਤੁਸੀਂ ਇਸ ਪੰਜਾਬ ਯੂਨੀਵਰਸਿਟੀ ਵਿੱਚ ਤੁਸੀਂ, ਮੈਂ ਕਹਿੰਦਾ ਹਿੰਦੂ ਸਿੱਖ ਦੇ ਸਵਾਲ ਨਾਲੋਂ ਜ਼ਿਆਦਾ ਪੰਜਾਬੀ ਦੇ ਮੁੱਦੇ ਤੇ ਆਓ, ਤੇ ਪੰਜਾਬੀਆਂ ਨੂੰ ਤਾਂ ਇੱਥੇ ਚੁਣ ਕੇ ਗੁੱਠੇ ਲਾਇਆ ਹੋਇਆ। ਇਹ ਵੀਸੀ ਸਾਹਿਬ ਦੇ ਜਿਹੜੀ 13 ਮੈਂਬਰਾਂ ਦੀ ਟੌਪ ਦੀਆਂ ਪੋਸਟਾਂ ਦੇ ਵਿੱਚੋਂ ਮੈਨੂੰ ਲੱਗਦਾ ਇੱਕ ਅੱਧਾ ਹੀ ਪੰਜਾਬੀ ਹੋਊਗਾ। ਸਾਰੇ ਦੇ ਸਾਰੇ ਬੰਦੇ ਜਿਹੜੇ ਹੈਗੇ ਹਿਮਾਚਲ ਦੇ, ਔਰ ਹਰਿਆਣੇ ਨਾਲ ਵੀ ਧੱਕਾ ਹੋ ਜਾਂਦਾ। ਹਰਿਆਣੇ ਦੇ ਲੋਕ ਵੀ ਇੱਥੇ ਬਾਲੇ ਨਹੀਂ ਹੈਗੇ, ਬਹੁਤੇ ਤਾਂ ਹਿਮਾਚਲ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਭਰਤੀ ਕਰੀ ਜਾ ਰਹੇ। ਅਸਲ ਤਾਂ ਜੇ ਪੰਜਾਬ ਤੇ ਹਰਿਆਣੇ ਦਾ ਜੇ ਮੰਨ ਲਓ ਵੀ ਹੱਕ ਮੰਨਣਾ ਹੋਵੇ ਤਾਂ ਉਹੀ ਹੈ, ਕਿਉਂਕਿ ਸੂਬਾ ਹਰਿਆਣਾ ਪੰਜਾਬ 'ਚੋਂ ਹੀ ਨਿਕਲਿਆ ਵਾ। ਹਾਂ, ਬੇਸਿਕਲੀ ਜਿਹੜੀ ਅਸੀਂ ਅਗਰ ਮੰਨ ਕੇ ਚੱਲੀਏ ਕਿ ਇੱਥੇ ਭਰਤੀ ਜਿਹੜੀ ਹੋਊਗੀ, ਇਹ ਤੈਅ ਹੋਇਆ ਸੀ ਜਦੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਦਾ 1966 ਦੇ ਵਿੱਚ, ਤਾਂ ਉਸ ਦੇ ਵਿੱਚ ਚੰਡੀਗੜ੍ਹ ਨਿਕਲ ਕੇ ਆਉਂਦਾ ਤੇ ਉੱਥੇ ਤੈਅ ਹੁੰਦਾ ਕਿ 60% ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਚੰਡੀਗੜ੍ਹ 'ਚ, 40% ਹਰਿਆਣੇ ਦੇ ਨੂੰ। ਹੁਣ ਮੈਨੂੰ ਲੱਗਦਾ ਕਿ ਹਰਿਆਣੇ ਨੂੰ ਤਾਂ ਫਿਰ ਮਿਲ ਜਾਂਦੀ ਹੈ, ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਝਾਕਣ ਹੀ ਨਹੀਂ ਦਿੰਦੇ। ਤੁਸੀਂ ਇੱਥੇ ਜਦੋਂ ਗੱਡੀ ਅੰਦਰ ਐਂਟਰ ਕਰਦੀ ਹੈ ਮੋਹਾਲੀ ਤੋਂ ਚੰਡੀਗੜ੍ਹ ਦੇ ਵਿੱਚ, ਤੇ ਪੰਜਾਬ ਦਾ ਨੰਬਰ ਦੇਖ ਕੇ ਤੁਸੀਂ ਕਦੇ ਨੋਟ ਕੀਤਾ ਹੋਣਾ ਕਿ ਕਿਵੇਂ ਉਹ ਜਿਹੜੀ ਹੈਗੀ ਉਹ ਪੈਂਦੀ ਹੈਗੀ, ਜਿਹੜੀ ਟ੍ਰੈਫਿਕ ਪੁਲਿਸ ਤਾਂ ਪੰਜਾਬ ਦੀਆਂ ਗੱਡੀਆਂ ਨੂੰ ਪੈਂਦੀ ਆ। ਜਿਹੜੀ ਸੈਨੇਟ ਹੈ, ਆਖਰੀ ਸਵਾਲ ਹੈ, ਸੈਨੇਟ ਨੂੰ ਭੰਗ ਕਰਨ ਦਾ ਅਧਿਕਾਰ ਹੈ ਵੀ ਸੀ ਕੋਲ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੈਨੇਟ ਭੰਗ ਕਰਨ ਵੱਲ ਤੁਰ ਰਹੀ ਹੈ, ਜਾਂ ਕੇਂਦਰ ਸਰਕਾਰ ਕੋਲ ਹੈ ਅਧਿਕਾਰ? ਕਿਉਂਕਿ ਸੈਨੇਟ ਇੱਕ ਚੁਣਿਆ ਹੋਇਆ, ਜੇਕਰ ਅਸੀਂ ਕਹੀਏ ਡੈਮੋਕ੍ਰੇਸੀ ਵਿੱਚ ਚੁਣੇ ਹੋਏ ਜਿਹੜਾ ਸਿਸਟਮ ਹੈ, ਇਹਨੂੰ ਭੰਗ ਕਰ ਸਕਦੀ ਹੈ? ਬਿਲਕੁਲ ਵੀ ਨਹੀਂ। ਮਨਿੰਦਰ ਜੀ, ਇੱਕ ਹੋਰ ਚੀਜ਼ ਸਮਝਣ ਵਾਲੀ ਹੈ ਕਿ ਇਸ ਯੂਨੀਵਰਸਿਟੀ ਦਾ ਸਭ ਤੋਂ ਵੱਡੀ ਜਿਹੜੀ ਸੁਪਰੀਮ ਪਾਵਰ ਹੈ ਉਹ ਸਾਡੇ ਚਾਂਸਲਰ ਸਾਹਿਬ ਹੁੰਦੇ ਨੇ, ਤੇ ਚਾਂਸਲਰ ਜਿਹੜੇ ਨੇ ਇਸ ਵਕਤ ਉਹ ਸਾਡੇ ਉਪ ਰਾਸ਼ਟਰਪਤੀ ਸਾਹਿਬ ਨੇ, ਵੈਂਕਈਆ ਨਾਇਡੂ ਸਾਹਿਬ। ਔਰ ਵੈਂਕਈਆ ਨਾਇਡੂ ਸਾਹਿਬ ਦੀ ਪੋਸਟ ਟੈਂਪਰੇਰੀ ਹੈ। ਤੁਸੀਂ ਦੇਖੋ ਕਿ ਪਹਿਲਾਂ ਇਸ ਯੂਨੀਵਰਸਿਟੀ ਦਾ ਚਾਂਸਲਰ ਪੰਜਾਬ ਦਾ ਗਵਰਨਰ ਹੁੰਦਾ ਸੀ, ਲੇਕਿਨ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣ ਗਿਆ ਤਾਂ ਰੀਆਰਗਨਾਈਜੇਸ਼ਨ ਐਕਟ ਦੇ ਤਹਿਤ ਇਸ ਯੂਨੀਵਰਸਿਟੀ ਨੂੰ ਇੰਟਰਸਟੇਟ ਯੂਨੀਵਰਸਿਟੀ ਕਿਹਾ ਗਿਆ। ਸੈਨੇਟ ਦੇ ਵਿੱਚ ਪਹਿਲਾਂ ਹਰਿਆਣਾ, ਹਿਮਾਚਲ ਤੇ ਉਹਦੇ ਮੈਂਬਰ ਵੀ ਆਉਂਦੇ ਹੁੰਦੇ ਸੀਗੇ, ਕੀ ਨਾ ਹਰਿਆਣੇ ਦੇ। ਠੀਕ ਹੈ। ਹੁਣ ਪ੍ਰੋਬਲਮ ਕਿੱਥੇ ਆਈ ਕਿ 3 ਯੂਨੀਵਰਸਿਟੀਆਂ ਦਾ ਸਾਂਝਾ ਹੋਣ ਕਰਕੇ ਪੰਜਾਬ ਦੇ ਗਵਰਨਰ ਨੂੰ ਲਾਇਆ ਨਹੀਂ ਸੀ ਜਾ ਸਕਦਾ, ਤਾਂ ਉਹ ਵਕਤੀ ਤੌਰ ਦੇ ਉੱਪਰ ਆਪਣੇ ਉਪ ਰਾਸ਼ਟਰਪਤੀ ਸਾਹਿਬ ਨੂੰ ਇਹਦਾ ਚਾਂਸਲਰ ਲਾ ਦਿੱਤਾ ਗਿਆ। ਉਹ ਇੱਕ ਵਕਤੀ ਅਰੇਂਜਮੈਂਟ ਸੀ। ਠੀਕ ਹੈ। ਤਾਂ ਜਦੋਂ ਹੁਣ ਹਰਿਆਣਾ ਨਿਕਲ ਗਿਆ ਵਿੱਚੋਂ, ਹਰਿਆਣੇ ਨੂੰ ਅਸੀਂ ਨਹੀਂ ਕੱਢਿਆ, ਹਰਿਆਣਾ ਆਪ ਛੱਡ ਕੇ ਗਿਆ। ਠੀਕ ਹੈ। ਹਿਮਾਚਲ ਵਾਲੇ ਆਪ ਦਾਵਾ ਛੱਡ ਕੇ ਗਏ ਆ। ਹੁਣ ਇਕੱਲੇ ਪੰਜਾਬ ਦੀ ਯੂਨੀਵਰਸਿਟੀ ਹੈ, ਸਿਰਫ ਪੰਜਾਬ ਦਾ ਦਾਵਾ ਹੈ, ਤੇ ਹੁਣ ਦੁਬਾਰਾ ਪੰਜਾਬ ਦਾ ਗਵਰਨਰ ਜਿਹੜਾ ਹੈ ਇਹਦਾ ਚਾਂਸਲਰ ਹੋਣਾ ਚਾਹੀਦਾ ਹੈ। ਬਕਾਇਦਾ ਕੈਪਟਨ ਸਰਕਾਰ ਨੇ ਆਪਣੇ ਆਬਜੈਕਸ਼ਨ ਦੇ ਵਿੱਚ ਕਿਹਾ ਕਿ ਇਹ ਇੱਕ ਵਕਤੀ ਤੌਰ ਤੇ ਅਰੇਂਜਮੈਂਟ ਸੀ, ਕਿਰਪਾ ਕਰਕੇ ਪਹਿਲਾਂ ਤਾਂ ਤੁਸੀਂ ਇਹ ਗਵਰਨੈਂਸ ਰਿਫਾਰਮ ਬਾਅਦ 'ਚ ਲਾਗੂ ਕਰੀਓ, ਪਹਿਲਾਂ ਤੁਸੀਂ ਪੰਜਾਬ ਦੇ ਗਵਰਨਰ ਨੂੰ ਇਹਦਾ ਚਾਂਸਲਰ ਲਾਓ। ਕੈਪਟਨ ਸਾਹਿਬ ਨੇ ਡਿਮਾਂਡ ਕੀਤੀ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਯੂਨੀਵਰਸਿਟੀ ਦਾ ਲਾ ਇਹੋ ਜਿਹਾ ਕਿ ਚਾਂਸਲਰ ਕੋਲੇ ਤਾਂ ਕੋਈ ਪਾਵਰ ਹੀ ਨਹੀਂ ਹੈ ਸੈਨੇਟ ਨੂੰ ਭੰਗ ਕਰਨ ਦੀ, ਰੈਦਰ ਸੈਨੇਟ ਕਰ ਸਕਦੀ ਹੈ ਜੋ ਵੀ ਕਰ ਸਕਦੀ ਹੈ। ਈਵਨ ਕੈਪਟਨ ਸਰਕਾਰ ਨੇ ਵੀ ਲਿਖਿਆ ਕਿ ਇਹਦੇ ਵਿੱਚ ਸਾਨੂੰ ਕੋਈ ਸੁਧਾਰਾਂ ਦੀ ਲੋੜ ਨਹੀਂ ਹੈ, ਜੇ ਸੁਧਾਰਾਂ ਦੀ ਲੋੜ ਵੀ ਹੈਗੀ ਤਾਂ ਉਹ ਸੈਨੇਟ ਦੇ ਥਰੂ, ਪ੍ਰੈਜ਼ੈਂਟ ਸਿਸਟਮ ਦੇ ਥਰੂ ਹੀ ਹੋਣਗੇ। ਤੇ ਚਾਂਸਲਰ ਸਾਹਿਬ ਕੋਲ ਤਾਂ ਇੱਕ ਕਮੇਟੀ ਬਣਾਉਣ ਦੀ ਪਾਵਰ ਵੀ ਨਹੀਂ ਸੀਗੀ। ਠੀਕ ਹੈ। ਔਰ ਉਹਨਾਂ ਨੇ ਤਾਂ ਪਤਾ ਨਹੀਂ ਕਿਹੜੇ ਰੂਲ ਦੇ ਮੁਤਾਬਕ ਇਹ ਕਮੇਟੀ ਬਣਾਈ ਔਰ ਕਿਹੜੇ ਰੂਲ ਦੇ ਮੁਤਾਬਕ ਮੈਂਬਰ ਭਰਤੀ ਕੀਤੇ, ਔਰ ਮੈਂਬਰ ਪੰਜਾਬ ਯੂਨੀਵਰਸਿਟੀ ਦਾ ਮੈਂਬਰ ਹੀ ਨਹੀਂ ਲਿੱਤਾ ਉਹਨਾਂ ਨੇ। ਹਾਂ, ਵਾਈਸ ਚਾਂਸਲਰ ਨੂੰ ਲਿੱਤਾ, ਉਹ ਤਾਂ ਅਸੀਂ ਕਾਹਦਾ ਮੈਂਬਰ ਮੰਨੀਏ ਸਾਡੇ ਪੰਜਾਬ ਦਾ, ਉਹ ਤਾਂ ਮੰਨ ਕੇ ਚੱਲਦੇ ਹਾਂ ਕਿ ਉਹ ਸੈਂਟਰ ਦੇ ਹੀ ਹੈ। ਸਾਰੇ ਬੰਦੇ ਸੈਂਟਰ ਦੇ ਭਰਤੀ ਕਰਕੇ ਉਹਨਾਂ ਨੇ ਤੇ ਇਹ ਰਿਪੋਰਟ ਪਾਸ ਕਰਵਾ ਲਈ। ਥੈਂਕ ਯੂ। ਤਾਂ ਜਾਣਕਾਰੀ ਦਿੱਤੀ ਪਾਲੀ ਭੁਪਿੰਦਰ ਜੀ ਨੇ, ਪ੍ਰੋਫੈਸਰ ਨੇ, ਉਹਨਾਂ ਨੇ ਦੱਸਿਆ ਕਿ ਕਿਵੇਂ ਪੰਜਾਬ ਯੂਨੀਵਰਸਿਟੀ ਵਿੱਚ ਹੌਲੀ ਹੌਲੀ ਪੰਜਾਬੀਆਂ ਨੂੰ, ਨਾਲ ਹੀ ਉਹਨਾਂ ਵੈਸੇ ਇਹਨਾਂ ਨੇ ਕਲੀਅਰ ਕੀਤਾ ਕਿ ਐਜੂਕੇਸ਼ਨ ਦੇ ਵਿੱਚ ਕੋਈ ਰਿਲੀਜਨ ਮੈਟਰ ਨਹੀਂ ਕਰਦਾ, ਪਰ ਜਦੋਂ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਤਾਂ ਉੱਥੇ ਕਹਿਣਾ ਹੀ ਪੈਂਦਾ, ਤਾਂ ਸਿੱਖਾਂ ਨੂੰ ਨਾਲ ਹੀ ਪੰਜਾਬੀਆਂ ਅਤੇ ਸਿੱਖਾਂ ਨੂੰ ਟਾਰਗੇਟ ਕਰਕੇ ਪਿਛਾਂਹ ਕੀਤਾ ਜਾ ਰਿਹਾ। ਲਗਾਤਾਰ ਚੰਗੀਆਂ ਪੋਸਟਾਂ ਦੇ ਉੱਪਰ ਯੂਨੀਵਰਸਿਟੀ ਜਿਨ੍ਹਾਂ ਦੀ ਹੋਵੇ ਉਹਨਾਂ ਨੂੰ ਉਸ ਯੂਨੀਵਰਸਿਟੀ ਦੇ ਵਿੱਚ ਚੰਗੀ ਥਾਂ ਨਾ ਮਿਲੇ, ਇਹ ਵੀ ਇੱਕ ਸਵਾਲ ਖੜਾ ਕਰਦਾ। ਨਾਲ ਹੀ ਉਹਨਾਂ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਸੂਬਿਆਂ ਦੇ
ਹੋਰ ਅਧਿਕਾਰ ਖੋਹਣ ਵੱਲ ਤੁਰੀ ਆ, ਉਵੇਂ ਹੀ ਪੰਜਾਬ ਕੋਲੋਂ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਖੋਹਣ ਵੱਲ ਕਦਮ ਵਧਾ ਰਹੀ ਹੈ। ਜਦੋਂ ਕਿਤੇ ਪਤਾ ਲੱਗ ਜਾਂਦਾ ਹੈ ਤਾਂ ਕਦਮ ਰੋਕ ਲਏ ਜਾਂਦੇ ਆ, ਪਰ ਜਿਹੜੀ ਸੋਚ ਹੈ, ਜਿਹੜੀ ਉਹਦੇ ਪਿੱਛੇ ਕੰਮ ਕਰਨ ਵਾਲੀ ਯੋਜਨਾ ਹੈ, ਉਹ ਲਗਾਤਾਰ ਬਣਾਈ ਜਾ ਰਹੀ ਹੈ ਤਾਂ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹਨੂੰ ਖੋਹ ਕੇ ਕੇਂਦਰ ਆਪਦੇ ਹੱਥਾਂ ਵਿੱਚ ਲੈ ਸਕੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ, ਚੰਡੀਗੜ੍ਹ।